ਹਮਜ਼ਾ ਤੇ ਦੂਜੇ ਦਾ ਨਾਂ ਹੈ ਭਾਈ ਜੱਜਾ। ਬਾਲਾ ਮਰਵਾ ਵਖਿਆਤ। ਤੀਜਾ ਸਿੱਖ ਇਹਨਾਂ ਦੇ ਨਾਲ ਹੈ ਭਾਈ ਬਾਲਾ। ਇਹ ਜਾਤੀ ਕਰਕੇ ਮਰਵਾਹਾ ਖੱਤਰੀ ਹੈ। ਖੱਤਰੀਆਂ ਦਾ ਗੋਤ ਹੈ ਮਰਵਾ ਤੇ ਮਰਵਾ ਖੱਤਰੀ ਹੈ ਇਹ ਭਾਈ ਬਾਲਾ। ਅਪਰ ਓਰੀ ਨਾਨੋ ਆਇਓ। ਔਰ ਚੌਥਾ ਸਿੱਖ ਹੈ ਭਾਈ ਨਾਨੋ। ਭਾਈ ਉਹਰੀ, ਉਹਰੀ ਜਾਤ ਹੈ। ਭਾਈ ਨਾਨੋ ਉਹਰੀ ਜੀ ਹਨ। ਸੂਰੀ ਹੁਤੋ ਚੌਧਰੀ ਗਾਇਓ। ਪੰਜਵਾਂ ਸਿੱਖ ਹੈ ਭਾਈ ਸੂਰੀ ਜੋ ਆਪਣੇ ਨਗਰ ਦਾ ਚੌਧਰੀ ਹੈ। ਸ਼੍ਰੀ ਅਰਜਨ ਕੇ ਪਹੁੰਚੇ ਪਾਸ। ਇਹ ਪੰਜੇ ਸਿੱਖ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਹਨ। ਬੰਦਨ ਕਰੀ ਪਾਖੀ ਅਰਦਾਸ। ਗੁਰੂ ਚਰਨਾਂ ਵਿੱਚ ਬੰਦਨਾ ਕਰਕੇ ਇਹਨਾਂ ਪੰਜਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਮਹਾਨਾ। ਇਹਨਾਂ ਬੇਨਤੀ ਕੀਤੀ ਹੈ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੀ ਮਹਾਨ ਗੁਰਦੇਵ ਹੋ। ਬੀਚ ਪੁਰਾਨ ਸੁਨਿਓ ਹਮ ਕਾਨਾ। ਮਹਾਰਾਜ ਜੀ ਪੁਰਾਣਾਂ ਦੀ ਕਥਾ ਦੇ ਵਿੱਚ ਅਸੀਂ ਆਪਣੇ ਕੰਨੀ ਇਹ ਸੁਣਿਆ ਹੈ। ਕਾਂਸ਼ੀ ਕੇਰ ਮਾਤਮ ਭਾਰੇ। ਪੁਰਾਣਾਂ ਦੇ ਵਿੱਚ ਇਹ ਕਥਾ ਲਿਖੀ ਹੈ ਕਿ ਜਿਹੜਾ ਕਾਂਸ਼ੀ ਹੈ ਬਨਾਰਸ ਵਾਰਾਣਸੀ ਇਹ ਬੜੀ ਮਹਾਨ ਤੇ ਪਵਿੱਤਰ ਨਗਰੀ ਹੈ। ਕਾਂਸ਼ੀ ਐਸੀ ਪਵਿੱਤਰ ਨਗਰੀ ਹੈ ਸ਼ਿਵਪੁਰੀ ਮੰਨੀ ਜਾਂਦੀ ਹੈ। ਇਹ ਕਾਂਸ਼ੀ ਜਿਹੜੀ ਹੈ ਸ਼ਿਵਪੁਰੀ ਸ਼ਿਵ ਜੀ ਦੀ ਨਗਰੀ ਹੈ। ਇਸੇ ਕਰਕੇ ਇਸ ਨਗਰੀ ਵਿੱਚ ਲੋਕ ਮਰਨਾ ਪਸੰਦ ਕਰਦੇ ਨੇ। ਪੂਰੇ ਹਿੰਦੁਸਤਾਨ ਵਿੱਚ ਇੱਕੋ ਇੱਕ ਐਸੀ ਨਗਰੀ ਹੈ ਕਾਂਸ਼ੀ ਬਨਾਰਸ ਜਿੱਥੇ ਲੋਕ ਜੀਵਨ ਵਾਸਤੇ ਨਹੀਂ ਮਰਨ ਵਾਸਤੇ ਜਾਂਦੇ ਨੇ। ਮਹਾਰਾਜ ਇਹ ਕਾਂਸ਼ੀ ਬੜੀ ਉੱਤਮ ਨਗਰੀ ਹੈ। ਇਹ ਪੁਰਾਣਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਵਾਰਾਣਸੀ ਬਨਾਰਸ ਬੜਾ ਪਵਿੱਤਰ ਸ਼ਹਿਰ ਹੈ, ਪਵਿੱਤਰ ਨਗਰ ਹੈ। ਮਰੇ ਤਹਾਂ ਮੁਕਤੀ ਲੈ ਸਾਰੇ। ਔਰ ਇਹ ਵੀ ਲਿਖਿਆ ਪੁਰਾਣਾਂ ਵਿੱਚ ਕਿ ਜਿਹੜਾ ਬਨਾਰਸ ਵਿੱਚ ਮਰਦਾ ਹੈ ਉਹਦੀ ਮੁਕਤੀ ਹੁੰਦੀ ਹੈ। ਐਸਾ ਪੁਰਾਣਕ ਮਤ ਹੈ ਪਰ ਗੁਰਮਤਿ ਇਸ ਗੱਲ ਦੇ ਨਾਲ ਸਹਿਮਤ ਨਹੀਂ। ਕਬੀਰ ਜੀ ਮਹਾਰਾਜ ਜੀ ਨੇ ਤਾਂ ਸਪਸ਼ਟ ਕਿਹਾ ਕਿ ਨਾਮ ਜਪਣ ਵਾਲਾ ਭਵੇਂ ਕਾਂਸ਼ੀ 'ਚ ਸਰੀਰ ਤਿਆਗੇ ਤੇ ਭਵੇਂ ਹੜੰਬੇ 'ਚ। ਹੜੰਬਾ ਉਹ ਸ਼ਹਿਰ ਸੀ ਜਿੱਥੇ ਲੋਕ ਮਰ ਕੇ ਮੁਕਤ ਨਹੀਂ ਸੀ ਹੁੰਦੇ, ਉਹ ਸਰਾਪਿਆ ਹੋਇਆ ਸ਼ਹਿਰ ਸੀ। ਕਬੀਰ ਜੀ ਉੱਥੇ ਗਏ ਜਦੋਂ ਸਰੀਰ ਤਿਆਗਣਾ ਸੀ। ਕਹਿੰਦੇ ਨਾਮ ਜਪਣ ਵਾਲਾ ਕਿਤੇ ਵੀ ਸਰੀਰ ਤਿਆਗੇ ਉੱਥੇ ਹੀ ਮੁਕਤ ਹੈ, ਜ਼ਰੂਰੀ ਨਹੀਂ ਕਿ ਉਹ ਕਾਂਸ਼ੀ ਵਿੱਚ ਤਿਆਗੇ। ਖੈਰ ਪਰ ਹਿੰਦੂ ਧਰਮ ਜਿਹੜੇ ਲੋਕ ਨੇ, ਹਿੰਦੂ ਧਰਮ ਦੇ ਵੀਰ ਨੇ, ਉਹਨਾਂ ਦੀ ਇਹ ਮਾਨਯਤਾ ਹੈ। ਪੁਰਾਣਾਂ ਵਿੱਚ ਵੀ ਇਹ ਲਿਖਿਆ। ਸਿੱਖ ਬੇਨਤੀ ਕਰ ਰਹੇ ਨੇ ਮਹਾਰਾਜ ਜੀ ਨੂੰ ਕਿ ਮਹਾਰਾਜ ਜਿਹੜਾ ਕਾਂਸ਼ੀ ਵਿੱਚ ਮਰਦਾ ਹੈ ਉਹ ਮੁਕਤ ਹੁੰਦਾ ਹੈ। ਸ਼ਿਵ ਕੇ ਨਿਕਟ ਵਾਸ ਕੋ ਪਾਵੈ। ਉਹਨਾਂ ਨੂੰ ਸ਼ਿਵ ਜੀ ਦੇ ਨੇੜੇ ਨਿਵਾਸ ਮਿਲਦਾ ਹੈ। ਜਦੋਂ ਕੋਈ ਪ੍ਰਾਣੀ ਬਨਾਰਸ ਦੇ ਵਿੱਚ ਸਰੀਰ ਤਿਆਗਦਾ ਤਾਂ ਸ਼ਿਵ ਜੀ ਭਗਵਾਨ ਉਹਦੇ ਕੰਨ ਵਿੱਚ ਆ ਕੇ ਮੰਤਰ ਸੁਣਾਉਂਦਾ ਮਰਨ ਵੇਲੇ, ਉਹ ਮੁਕਤ ਹੋ ਜਾਂਦਾ ਤੇ ਉਹ ਸ਼ਿਵ ਜੀ ਦੇ ਕੋਲ ਉਹਦਾ ਨਿਵਾਸ ਹੁੰਦਾ ਹੈ। ਜਨਮ ਮਰਨ ਕੋ ਕਸ਼ਟ ਮਿਟਾਵੈ। ਔਰ ਉਹਦਾ ਜਨਮ ਮਰਨ ਦਾ ਜਿਹੜਾ ਵੱਡਾ ਕਸ਼ਟ ਹੈ ਉਹ ਮਿਟ ਜਾਂਦਾ ਹੈ, ਉਹਦੇ ਤੋਂ ਮੁਕਤ ਹੋ ਜਾਂਦਾ ਹੈ। ਆਪ ਸੁਦਾ ਸਰ ਮਹਿਮਾ ਪਾਖੀ। ਮਹਾਰਾਜ ਸੁਦਾ ਸਰ ਦੀ ਤੁਸੀਂ ਮਹਿਮਾ ਕਰਦੇ ਹੋ, ਤੁਸੀਂ ਅੰਮ੍ਰਿਤਸਰ ਸ਼ਹਿਰ ਦੀ ਮਹਿਮਾ ਕਰਦੇ ਹੋ, ਅੰਮ੍ਰਿਤਸਰ ਸਰੋਵਰ ਦੀ ਮਹਿਮਾ ਗਾਇਨ ਕਰਦੇ ਹੋ। ਸ਼੍ਰੀ ਗ੍ਰੰਥ ਸਾਹਿਬ ਮੈਂ ਰਾਖੀ। ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉਪਮਾ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਦਰਜ ਕੀਤੀ ਹੈ। ਜਦੋਂ ਲਿਖਿਆ ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾ ਨਾਨਕ ਕਸਮ ਲਜਾਏ ਨਹਾਇਐ ਰਾਮਦਾਸ ਸਰ। ਤੁਸੀਂ ਅੰਮ੍ਰਿਤਸਰ ਸ਼ਹਿਰ ਦੀ ਉਪਮਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਵਿੱਚ ਵੀ ਕਥਨ ਕੀਤੀ ਹੈ। ਕਹੋ ਮਹਾਤਮ ਹੈ ਇਸ ਜੈਸੇ। ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮਹਾਤਮ ਕਿਵੇਂ ਹੈ, ਕਿਉਂਕਿ ਹਿੰਦੂ ਵੀਰ ਜਿਹੜੇ ਪੁਰਾਣਾਂ ਦੇ ਗ੍ਰੰਥ ਨੇ, ਪੁਰਾਣਾਂ ਦੇ ਵਿੱਚ ਬਨਾਰਸ ਦੀ ਉਪਮਾ ਕਰਦੇ ਨੇ, ਉਹਨੂੰ ਪਵਿੱਤਰ ਨਗਰੀ ਸਮਝਦੇ ਨੇ। ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉਪਮਾ ਗਾਈ ਹੈ। ਅੰਮ੍ਰਿਤਸਰ ਸਾਹਿਬ ਕਿਵੇਂ ਉਪਮਾ ਉੱਤਮ ਹੈ, ਇਹ ਕਿਵੇਂ ਸ੍ਰੇਸ਼ਟ ਹੈ, ਇਹ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ। ਨਿਰਣੇ ਕਰੋ ਲੈ ਸਿੱਖ ਤੈਸੇ। ਆਪ ਜੀ ਕਿਰਪਾ ਕਰਕੇ ਸਾਨੂੰ ਨਿਰਣਾ ਕਰਕੇ ਦੱਸੋ, ਤਾਂ ਜੋ ਅਸੀਂ ਸਾਰੇ ਸਿੱਖ ਇਹ ਗੱਲ ਜਾਣ ਸਕੀਏ। ਸ਼੍ਰੀ ਅਰਜਨ ਜੀ ਸੁਨਤ ਵਖਾਨਾ। ਸੁਣ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਤੀਰਥ ਰਚਨ ਸੁਦਾ ਸਰ ਠਾਨਾ। ਮਹਾਰਾਜ ਜੀ ਕਹਿੰਦੇ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਨੇ ਅੰਮ੍ਰਿਤਸਰ ਸਰੋਵਰ ਦਾ ਜਿਹੜਾ ਮਹਾਨ ਤੀਰਥ ਹੈ, ਇਹ ਪਵਿੱਤਰ ਤੇ ਪਾਵਨ ਤੀਰਥ ਸਤਿਗੁਰੂ ਜੀ ਨੇ ਸਿਰਜਿਆ ਹੈ, ਮਹਾਰਾਜ ਜੀ ਨੇ ਰਚਿਆ ਹੈ। ਇਸ ਕੇ ਗਿਰਦੇ ਦਵਾਦਸ਼ ਕੋਸ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ 12 ਕੋਹ ਤੱਕ ਤੀਰਥ ਤੀਨ ਲੋਕ ਕੇ ਜੋ ਸੋ। ਜਿਹੜੇ ਤਿੰਨਾਂ ਲੋਕਾਂ ਦੇ ਤੀਰਥ ਹਨ, ਕਲ ਯੁਗ ਤੇ ਧਰ ਕਰ ਔਰ ਤਰਾਸ। ਉਹ ਤਿੰਨਾਂ ਲੋਕਾਂ ਦੇ ਤੀਰਥ ਕਲਯੁਗ ਤੋਂ ਡਰ ਕੇ, ਕਲਯੁਗ ਤੋਂ ਭੈ ਭੀਤ ਹੋ ਕੇ ਸਗਰੇ ਆਵੇਂ ਕਰੇ ਨਿਵਾਸ। ਸ੍ਰੀ ਅੰਮ੍ਰਿਤਸਰ ਸਾਹਿਬ ਦੇ 12 ਕੋਹ ਆਲੇ ਦੁਆਲੇ ਉਹ ਸਾਰੇ ਤੀਰਥ ਆ ਕੇ ਨਿਵਾਸ ਕਰਦੇ ਨੇ, ਕਲਯੁਗ ਦੇ ਪ੍ਰਭਾਵ ਤੋਂ ਬਚਣ ਵਾਸਤੇ। ਐਸਾ ਮਹਾਨ ਤੀਰਥ ਹੈ, ਕਿਉਂਕਿ ਇੱਕੋ ਇੱਕ ਤੀਰਥ ਹੈ ਤਿੰਨਾਂ ਲੋਕਾਂ ਵਿੱਚ, ਸ੍ਰੀ ਅੰਮ੍ਰਿਤਸਰ ਸਾਹਿਬ, ਜਿਸ ਤੇ ਕਲਯੁਗ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਬਾਕੀ ਤਿੰਨਾਂ ਲੋਕਾਂ ਦੇ ਤੀਰਥ ਕਲਯੁਗ ਤੋਂ ਡਰਦੇ ਮਾਰੇ ਇਸ ਪਾਵਨ ਤੀਰਥ ਦੇ ਆਲੇ ਦੁਆਲੇ 12 ਕੋਹ ਤੱਕ ਆ ਕੇ ਨਿਵਾਸ ਕਰਦੇ ਹਨ। ਸਭ ਕੋ ਫਲ ਇਸ ਥਲ ਤੇ ਹੋਏ। ਉਹਨਾਂ ਸਾਰੇ ਤੀਰਥਾਂ ਨੂੰ ਪਵਿੱਤਰਤਾ ਦਾ ਜਿਹੜਾ ਫਲ ਹੈ, ਇਸੇ ਪਾਵਨ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਾਪਤ ਹੁੰਦਾ ਹੈ। ਪਾਸ ਕਰੇ ਏ ਠਾਨਰ ਜੋਏ। ਜਿਹੜਾ ਵਿਅਕਤੀ ਇਸ ਨਗਰ ਦੇ ਵਿੱਚ ਆ ਕੇ, ਇੱਥੇ ਆ ਕੇ ਹਾਜ਼ਰੀ ਭਰਦਾ ਹੈ, ਇਸ ਨਗਰ ਵਿੱਚ ਆ ਕੇ ਨਿਵਾਸ ਕਰਦਾ ਹੈ, ਬੀਚ ਬਨਿਓ ਸੁੰਦਰ ਹਰ ਮੰਦਰ। ਉਹਨੂੰ ਵੀ ਪਵਿੱਤਰਤਾ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਅੰਦਰ ਵਿੱਚ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਹੋਈ ਹੈ। ਨਿਸ ਦਿਨ ਸਤ ਨਾਮ ਜਿਸ ਅੰਦਰ। ਜਿਸ ਪਵਿੱਤਰ ਹਰੀ ਮੰਦਰ ਦੇ ਵਿੱਚ ਰਾਤ ਦਿਨ 8 ਪਹਿਰ ਪ੍ਰਮਾਤਮਾ ਦੇ ਨਾਮ ਦਾ ਔਰ ਪਰਮੇਸ਼ਰ ਦਾ ਚਿੰਤਨ ਚੱਲਦਾ ਹੈ। ਇੱਕ ਵਿਦਵਾਨ ਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੀ ਉਪਮਾ ਬੜੀ ਸੁੰਦਰ ਲਿਖੀ, ਅਲੰਕਾਰ ਬਣ ਕੇ। ਉਹ ਕਹਿੰਦਾ ਜਿਵੇਂ ਇੱਕ ਸੋਨੇ ਦਾ ਡੱਬਾ, ਉਹਦੇ ਵਿੱਚ ਫਿਰ ਦੂਸਰਾ ਸੋਨੇ ਦਾ ਡੱਬਾ, ਦੂਸਰੇ ਸੋਨੇ ਦੇ ਡੱਬੇ ਵਿੱਚ ਫਿਰ ਤੀਸਰਾ ਸੋਨੇ ਦਾ ਡੱਬਾ, ਔਰ ਫਿਰ ਉਸ ਤੀਸਰੇ ਸੋਨੇ ਦੇ ਡੱਬੇ ਵਿੱਚ ਚੌਥਾ ਸੋਨੇ ਦਾ ਡੱਬਾ, ਚੌਥੇ ਸੋਨੇ ਦੇ ਡੱਬੇ ਦੇ ਵਿੱਚ ਇੱਕ ਹੋਰ ਪੰਜਵਾਂ ਸੋਨੇ ਦਾ ਡੱਬਾ, ਫਿਰ ਉਸ ਪੰਜਵੇਂ ਸੋਨੇ ਦੇ ਡੱਬੇ ਦੇ ਵਿੱਚ ਇੱਕ ਕੀਮਤੀ ਹੀਰਾ ਪਿਆ ਹੋਇਆ। ਇਹ ਅਲੰਕਾਰ ਹੈ। ਹੁਣ ਇਹ ਸਪਸ਼ਟ ਕਿਵੇਂ ਹੁੰਦਾ ਹੈ? ਪੂਰਾ ਵਿਸ਼ਵ, ਪੂਰਾ ਬ੍ਰਹਿਮੰਡ ਇੱਕ ਸੋਨੇ ਦਾ ਡੱਬਾ ਹੈ। ਪੂਰੇ ਬ੍ਰਹਿਮੰਡ ਵਿੱਚ ਸਭ ਤੋਂ ਉੱਤਮ ਖੰਡ ਭਾਰਤ ਖੰਡ ਹੈ। ਇਹ ਪੂਰੇ ਬ੍ਰਹਿਮੰਡ ਰੂਪੀ ਸੋਨੇ ਦੇ ਡੱਬੇ ਵਿੱਚ ਦੂਜਾ ਸੋਨੇ ਦਾ ਡੱਬਾ ਹੈ ਭਾਰਤ ਖੰਡ, ਕਿਉਂਕਿ ਇਹ ਪਵਿੱਤਰ ਹੈ, ਉੱਤਮ ਹੈ। ਕਿਉਂ ਉੱਤਮ ਹੈ? ਇਹ ਰਿਸ਼ੀਆਂ ਮੁਨੀਆਂ ਤਪਸਵੀਆਂ ਮਹਾਂਪੁਰਸ਼ਾਂ ਦੀ ਧਰਤੀ ਹੈ।
ਭਾਰਤ ਖੰਡ ਸਾਰੇ ਵਿਸ਼ਵ ਵਿੱਚ ਉੱਤਮ ਹੈ। ਇਹ ਦੂਜਾ ਸੋਨੇ ਦਾ ਡੱਬਾ ਔਰ ਭਾਰਤ ਖੰਡ ਦੇ ਵਿੱਚ ਫਿਰ ਸਭ ਤੋਂ ਪਵਿੱਤਰ ਸੂਬਾ ਉਹ ਪੰਜਾਬ ਦੀ ਧਰਤੀ ਹੈ। ਇਹ ਵਿੱਚ ਤੀਜਾ ਸੋਨੇ ਦਾ ਡੱਬਾ ਹੈ। ਪੰਜਾਬ ਉੱਤਮ ਤੇ ਪਵਿੱਤਰ ਕਿਉਂ ਹੈ? ਕਿਉਂਕਿ ਇਸੇ ਪੰਜਾਬ ਦੀ ਧਰਤੀ ਤੇ ਮੇਰੇ ਪਾਤਸ਼ਾਹ ਨੇ ਅਵਤਾਰ ਧਾਰਨ ਕੀਤੇ। 10 ਪਾਤਸ਼ਾਹਾਂ ਚੋਂ 9 ਪਾਤਸ਼ਾਹਾਂ ਨੇ ਇਸੇ ਪੰਜਾਬ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ। ਇਹ ਤੀਸਰਾ ਸੋਨੇ ਦਾ ਡੱਬਾ। ਹੁਣ ਪੰਜਾਬ ਦੇ ਵਿੱਚ ਸਭ ਤੋਂ ਉੱਤਮ ਤੇ ਪਵਿੱਤਰ ਨਗਰੀ ਉਹ ਕਿਹੜੀ ਜਗ੍ਹਾ ਹੈ? ਸ੍ਰੀ ਅੰਮ੍ਰਿਤਸਰ ਸਾਹਿਬ। ਇਹ ਚੌਥਾ ਸੋਨੇ ਦਾ ਡੱਬਾ ਹੈ। ਹੁਣ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਜਗ੍ਹਾ ਕਿਹੜੀ ਹੈ? ਪੰਜਵਾਂ ਸੋਨੇ ਦਾ ਡੱਬਾ ਹੈ, ਉਹ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਔਰ ਉਸ ਪੰਜਵੇਂ ਸੋਨੇ ਦੇ ਡੱਬੇ ਦੇ ਵਿੱਚ ਕੀਮਤੀ ਹੀਰਾ ਹੈ, ਪ੍ਰਕਾਸ਼ਮਾਨ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਸੇ ਕਰਕੇ ਪੂਰਨ ਬ੍ਰਹਿਮੰਡ ਵਿੱਚ ਅਗਰ ਕੋਈ ਸਭ ਤੋਂ ਮਹਾਨ ਸ੍ਰੇਸ਼ਟ ਜਗ੍ਹਾ ਹੈ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਹਰਿਮੰਦਰ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ। ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਵੀ ਇਹ ਦੱਸ ਰਹੇ ਨੇ। ਮਹਾਰਾਜ ਜੀ ਕਹਿੰਦੇ ਅੰਮ੍ਰਿਤਸਰ ਸਰੋਵਰ ਵਿੱਚ ਮਹਾਨ ਪਵਿੱਤਰ ਘਰ ਹੈ ਅਕਾਲ ਪੁਰਖ ਦਾ, ਔਰ ਉਹ ਘਰ ਹੈ ਸ੍ਰੀ ਹਰਿਮੰਦਰ ਸਾਹਿਬ। ਸ਼੍ਰੀ ਗੁਰ ਕੀ ਬਾਣੀ ਸ਼ੁਭ ਰੇ, ਜਿੱਥੇ ਹਰ ਵੇਲੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਪੜ੍ਹੀ ਜਾਂਦੀ ਹੈ, ਗਾਈ ਜਾਂਦੀ ਹੈ। ਜਿਸ ਮੈਂ ਨਾਮ ਮਹਾਤਮ ਧਰੇ, ਔਰ ਐਸੀ ਪਵਿੱਤਰ ਬਾਣੀ ਪੜ੍ਹੀ ਜਾਂਦੀ, ਗਾਈ ਜਾਂਦੀ, ਜਿਸ ਬਾਣੀ ਵਿੱਚ ਪਰਮੇਸ਼ਰ ਦੇ ਨਾਮ ਦਾ ਮਹਾਤਮ ਵਰਣਨ ਕੀਤਾ ਗਿਆ ਹੈ। ਨਾਮ ਅਰ ਨਾਮੀ ਭੇਦ ਨ ਕੋਈ, ਗੁਰਮੁਖੋ ਪ੍ਰਮਾਤਮਾ ਦੇ ਨਾਮ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ। ਨਾਮ ਤੇ ਨਾਮੀ ਦੋਵੇਂ ਇੱਕ ਰੂਪ ਹੀ ਹਨ। ਜਾਂ ਤੇ ਪਾਸ ਪਰਮੇਸ਼ਰ ਹੋਈ, ਇਸ ਕਰਕੇ ਪਾਰ ਬ੍ਰਹਮ ਪਰਮੇਸ਼ਰ ਇੱਥੇ ਵਸਦਾ ਹੈ। ਬਨਾਰਸ ਵਿੱਚ ਕਹਿੰਦੇ ਸ਼ਿਵ ਜੀ ਵਸਦਾ ਨਾ, ਮਹਾਰਾਜ ਕਹਿੰਦੇ ਸ੍ਰੀ ਅੰਮ੍ਰਿਤਸਰ ਨਗਰ ਵਿੱਚ ਖੁਦ ਅਕਾਲ ਪੁਰਖ ਜੀ ਆਪ ਨਿਵਾਸ ਕਰਦੇ ਹਨ। ਇੱਥੇ ਖੁਦ ਪਾਰ ਬ੍ਰਹਮ ਪਰਮੇਸ਼ਰ ਜੀ ਆਪ ਵਸਦੇ ਹਨ। ਜਿਮ ਗੰਗਾ ਮੈਂ ਮੁਖ ਹਰਿਦੁਆਰ, ਜਿਵੇਂ ਹੁਣ ਗੰਗਾ ਤਾਂ ਬੜੀ ਲੰਮੀ ਨਦੀ ਹੈ, ਗੰਗੋਤਰੀ ਤੋਂ ਉਤਰਦੀ ਹੈ, ਬੜੀ ਦੂਰ ਤੱਕ ਜਾਂਦੀ ਹੈ, ਪਰ ਗੰਗਾ ਦੇ ਸਾਰੇ ਤੀਰਥਾਂ ਦੇ ਵਿੱਚੋਂ ਸਭ ਤੋਂ ਮਹਾਨ ਤੇ ਸ੍ਰੇਸ਼ਟ ਤੀਰਥ ਜਿਹੜਾ ਹੈ ਉਹ ਹਰਿਦੁਆਰ ਹੈ। ਹਰ ਕੀ ਪੌੜੀ ਉਹ ਸਭ ਤੋਂ ਉੱਤਮ ਜਗ੍ਹਾ ਮੰਨੀ ਜਾਂਦੀ ਹੈ। ਔਰ ਹਰ ਕੀ ਪੌੜੀ ਦੇ ਉੱਤੇ ਜਿਹੜਾ ਗੰਗਾ ਦਾ ਪਾਣੀ ਹੈ ਉਹਦੀ ਇੱਕ ਬੜੀ ਵੱਡੀ ਖਾਸੀਅਤ ਹੈ ਕਿ ਉੱਥੋਂ ਜਿਹੜਾ ਉਹ ਪਾਣੀ ਗੰਗਾ ਦਾ ਭਰਿਆ ਜਾਂਦਾ ਹੈ, ਉਹ ਭਾਵੇਂ 100 ਸਾਲ ਤੱਕ ਤੁਸੀਂ ਕਿਸੇ ਬਰਤਨ 'ਚ ਪਾ ਕੇ ਰੱਖ ਦਿਓ, ਉਹਦੇ 'ਚ ਜਾਲਾ ਨਹੀਂ ਪੈਂਦਾ। ਪਰ ਹਰ ਕੀ ਪੌੜੀ ਤੋਂ ਪਿਛਲੇ ਪਾਸੇ ਚਲੇ ਜਾਓ, ਉੱਥੋਂ ਭਰ ਲਓ, ਚਾਹੇ ਅੱਗੇ ਜਾ ਕੇ ਭਰ ਲਓ, ਉਹ ਪਾਣੀ 'ਚ ਕੁਝ ਸਮੇਂ ਬਾਅਦ ਜਾਲਾ ਪੈ ਜਾਂਦਾ ਹੈ। ਇਹੀ ਗੰਗਾ ਦਾ ਪਾਣੀ, ਪਰ ਹਰ ਕੀ ਪੌੜੀ ਵਾਲੀ ਜਿਹੜੀ ਜਗ੍ਹਾ ਉੱਥੋਂ ਪਾਣੀ ਭਰੋ, ਉਹਦੇ 'ਚ ਜਾਲਾ ਨਹੀਂ ਪੈਂਦਾ। ਐਸੀ ਮਾਨਯਤਾ ਹੈ ਹਿੰਦੂ ਵੀਰਾਂ ਦੀ, ਉਹਨਾਂ ਦਾ ਇਹ ਕਹਿਣਾ। ਮਹਾਰਾਜ ਜੀ ਕਹਿੰਦੇ ਜਿਵੇਂ ਗੰਗਾ ਦੇ ਕਿਨਾਰਿਆਂ ਵਿੱਚੋਂ ਸਭ ਤੋਂ ਸ੍ਰੇਸ਼ਟ ਤੀਰਥ ਜਿਹੜਾ ਹੈ ਉਹ ਹਰਿਦੁਆਰ ਹਰ ਕੀ ਪੌੜੀ ਹੈ। ਤੇ ਮਹਾਰਪੁਰ ਇਹਾਂ ਨਿਰਤਾਰ, ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਨਗਰ ਵਿੱਚ ਅੰਮ੍ਰਿਤਸਰ ਸਰੋਵਰ ਵਿੱਚ ਵੀ ਮਹਾਨ ਪਵਿੱਤਰ ਜਗ੍ਹਾ ਜਿੱਥੋਂ ਸਾਰੀਆਂ ਸੰਗਤਾਂ ਜਲ ਦਾ ਚੂੜਾ ਲੈਂਦੀਆਂ ਨੇ, ਇੱਥੇ ਵੀ ਉਹ ਪਵਿੱਤਰ ਜਗ੍ਹਾ ਹੈ ਹਰ ਕੀ ਪੌੜੀ। ਹਰ ਕੀ ਪੌੜੀ ਨਾ ਦਰਬਾਰ ਸਾਹਿਬ ਦੇ ਪਿਛਲੇ ਪਾਸਿਓਂ ਜਿੱਥੋਂ ਸੰਗਤ ਜਲ ਲੈਂਦੀ ਹੈ, ਉਹ ਜਗ੍ਹਾ ਦਾ ਨਾਂ ਹਰ ਕੀ ਪੌੜੀ ਹੈ। ਕਿਉਂਕਿ ਅਕਾਲ ਪੁਰਖ ਜੀ ਉਸੇ ਜਗ੍ਹਾ ਤੇ ਖੜੇ ਸਨ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ
ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਇਹ ਸ਼ਬਦ ਉਚਾਰਨ ਕੀਤਾ ਸੀ। ਉੱਥੇ ਖਲੋ ਕੇ ਹੀ ਸਾਰੇ ਦਰਬਾਰ ਦਾ ਨਕਸ਼ਾ ਅਕਾਲ ਪੁਰਖ ਜੀ ਨੇ ਪੰਜਵੇਂ ਪਾਤਸ਼ਾਹ ਨੂੰ ਦੱਸਿਆ ਸੀ। ਤੋ ਮਹਾਰਾਜ ਜੀ ਕਹਿੰਦੇ ਜਿਵੇਂ ਗੰਗਾ ਦੇ ਕਿਨਾਰਿਆਂ ਵਿੱਚੋਂ ਸਭ ਤੋਂ ਪਵਿੱਤਰ ਤੀਰਥ ਹਰਿਦੁਆਰ ਹੈ, ਇਸੇ ਤਰ੍ਹਾਂ ਅੰਮ੍ਰਿਤਸਰ ਸਰੋਵਰ ਵਿੱਚ ਸਭ ਤੋਂ ਪਵਿੱਤਰ ਜਗ੍ਹਾ ਹਰ ਕੀ ਪੌੜੀ ਹੈ। ਨਿਰਗੁਣ ਰੂਪ ਨਾਮ ਬ੍ਰਹਮ ਗਿਆਨ, ਨਿਰਗੁਣ ਸਰੂਪ ਜੋ ਅਕਾਲ ਪੁਰਖ ਪਰਮਾਤਮਾ ਦਾ ਹੈ, ਜਿਸ ਦੇ ਨਾਮ ਨੂੰ ਜਪਣ ਕਰਕੇ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਸਗੁਣ ਸਰੂਪ ਆਪ ਭਗਵਾਨ, ਉਹੀ ਭਗਵਾਨ ਸਰਗੁਣ ਸਰੂਪ ਹੋ ਕੇ ਵੀ ਇੱਥੇ ਨਿਵਾਸ ਕਰਦਾ ਹੈ। ਦੋਨੋਂ ਬਾਸ ਕਰੇ ਜਬ ਇਸਮੈਂ, ਮਹਾਰਾਜ ਜੀ ਕਹਿੰਦੇ ਨਿਰਗੁਣ ਤੇ ਸਰਗੁਣ ਦੋਨੋਂ ਸਰੂਪ ਪਰਮਾਤਮਾ ਦੇ ਇੱਥੇ ਨਿਵਾਸ ਕਰਦੇ ਹਨ। ਮਜਤ ਦਰਸਤ ਅਗਰੈ ਕਿਸਮੈ, ਜਿਹੜੇ ਗੁਰਮੁਖ ਇੱਥੇ ਆ ਕੇ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦੇ ਨੇ, ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਕਰਮਾਂ ਦੀ ਮੈਲ ਧੁੱਪ ਜਾਂਦੀ ਹੈ। ਦਿਨ ਪ੍ਰਤ ਬਸੇ ਬਦੇ ਅਧਿਕਾਏ, ਔਰ ਦਿਨ ਪ੍ਰਤੀ ਦਿਨ ਇੱਥੋਂ ਦੀ ਮਹਿਮਾ ਮਹਾਰਾਜ ਜੀ ਕਹਿੰਦੇ ਵੱਧਦੀ ਜਾਏਗੀ ਪੂਰੇ ਵਿਸ਼ਵ ਭਰ ਵਿੱਚ। ਅੰਮ੍ਰਿਤਸਰ ਸਾਹਿਬ ਦੀ ਮਹਿਮਾ ਮਹਾਰਾਜ ਜੀ ਕਹਿੰਦੇ ਦਿਨ ਪ੍ਰਤੀ ਦਿਨ ਵੱਧਦੀ ਜਾਏਗੀ, ਤੇ ਸਾਡੇ ਵੇਖਦਿਆਂ ਵੀ ਵਧੀ ਹੈ। ਤੁਸੀਂ ਆਪ ਦਰਸ਼ਨ ਕੀਤੇ ਨੇ। ਅੱਜ ਤੋਂ 20 ਸਾਲ ਪਹਿਲਾਂ ਜਦੋਂ ਦਰਸ਼ਨਾਂ ਨੂੰ ਜਾਂਦੇ ਸੀ, 10 ਕੁ ਮਿੰਟਾਂ ਵਿੱਚ 15 ਕੁ ਮਿੰਟਾਂ ਵਿੱਚ ਦਰਸ਼ਨ ਹੋ ਜਾਂਦੇ ਸਨ। ਹੁਣ ਉੱਥੇ ਇਤਨੀ ਸੰਗਤ ਆਉਂਦੀ ਹੈ ਕਿ 2.5 ਘੰਟੇ 3-3 ਘੰਟੇ ਲਾਈਨ ਵਿੱਚ ਖਲੋਤਿਆਂ ਲੰਘ ਜਾਂਦੇ ਨੇ। ਵਧੀਆ ਨਾ ਮਹਿਮਾ ਫਿਰ ਮਹਾਰਾਜ ਜੀ ਦੇ ਦਰਬਾਰ। ਪੰਜਵੇਂ ਪਾਤਸ਼ਾਹ ਕਹਿੰਦੇ ਇਸ ਪਾਵਨ ਅਸਥਾਨ ਦੀ ਮਹਿਮਾ ਦਿਨ ਪ੍ਰਤੀ ਦਿਨ ਵੱਧਦੀ ਜਾਵੇਗੀ। ਲక్ష్ਮੀ ਸ਼ਰਨ ਬਸੈ ਇਸ ਆਏ, ਮਾਇਆ ਲక్ష్ਮੀ ਖੁਦ ਆਪ ਆ ਕੇ ਇੱਥੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਵਸਦੀ ਹੈ। ਜੈ ਸ਼੍ਰੀ ਕਰਤਾ ਪੁਰਖ ਅਕਾਲ, ਜਿੱਥੇ ਅਕਾਲ ਪੁਰਖ ਜੀ ਨੇ ਹੋਣਾ ਸੁਭਾਵਕ ਹੈ, ਮਾਇਆ ਲక్ష్ਮੀ ਨੇ ਉਹਦੇ ਚਰਨਾਂ ਵਿੱਚ ਆ ਕੇ ਪਹੁੰਚਣਾ ਹੀ ਪਹੁੰਚਣਾ ਹੈ। ਵਿਦ ਸ਼ਿਵ ਬਸੇ ਪ੍ਰਭੂ ਕੇ ਨਾਲ, ਮਹਾਰਾਜ ਜੀ ਕਹਿੰਦੇ ਜਿੱਥੇ ਅਕਾਲ ਪੁਰਖ ਜੀ ਦਾ ਨਿਵਾਸ ਹੋਵੇ, ਉੱਥੇ ਉਹ ਦੇਵੀ ਦੇਵਤੇ ਵੀ ਅਕਾਲ ਪੁਰਖ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਪੁਨ ਸੁਰ ਐਸੋ ਕੋਏ ਨਾ ਹੈ, ਕੋਈ ਦੇਵਤਾ ਐਸਾ ਨਹੀਂ ਜਿਹੜਾ ਮਹਾਰਾਜ ਜੀ ਕਹਿੰਦੇ ਇੱਥੇ ਆ ਕੇ ਨਿਵਾਸ ਨਹੀਂ ਕਰਦਾ। ਸਾਰੇ ਇੱਥੇ ਆ ਕੇ ਆਪਣਾ ਆਪ ਪਵਿੱਤਰ ਹੋਇਆ ਲੋੜਦੇ ਨੇ। ਉਹ ਚਾਹੁੰਦੇ ਕਿ ਇੱਥੇ ਆਣ ਕੇ ਅਸੀਂ ਪਵਿੱਤਰ ਹੋ ਜਾਈਏ। ਆਨ ਇਹਾਂ ਨੇ ਬਾਸੋ ਲਏ, ਜਿਹੜਾ ਐਸਾ ਦੇਵੀ ਦੇਵਤਾ ਜਿਹੜਾ ਇੱਥੇ ਅਕਾਲ ਪੁਰਖ ਦੇ ਚਰਨਾਂ ਵਿੱਚ ਨਹੀਂ ਵਸਦਾ, ਹਰ ਕੇ ਨਿਕਟ ਅਧਿਕ ਫਲ ਸਾਰੇ, ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜੀ ਦੇ ਪਾਸ ਸਾਰੇ ਹੀ ਫਲ ਪ੍ਰਾਪਤ ਹੁੰਦੇ ਨੇ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ 'ਚ ਦਰਸ਼ਨ ਕਰਨ ਵਾਲਿਆਂ ਨੂੰ ਸਰਬ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਖਾਲਸਾ ਜੀ ਇੱਕ ਪੁਸਤਕ ਲਿਖੀ ਕਿਸੇ ਵਿਦਵਾਨ ਨੇ, ਉਸ ਪੁਸਤਕ ਦਾ ਨਾਮ ਹੈ ਸ੍ਰੀ ਹਰਿਮੰਦਰ ਦਰਸ਼ਨ। ਉਹਦੇ ਵਿੱਚ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ ਕਿ ਜਦੋਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੁਸੀਂ ਦਰਸ਼ਨੀ ਡਿਉੜੀ ਤੋਂ ਸਰੋਵਰ ਦੇ ਉੱਤੇ ਬਣੇ ਹੋਏ ਪੁਲ ਤੋਂ ਲੰਘ ਕੇ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਤੱਕ ਪਹੁੰਚਦੇ ਹੋ, ਉੱਥੋਂ ਦੇ ਕਦਮਾਂ ਦੀ ਉਹਨਾਂ ਨੇ ਗਿਣਤੀ ਕੀਤੀ ਕਿ ਕੁੱਲ ਕਦਮ 84 ਬਣ ਜਾਂਦੇ ਨੇ। ਔਰ ਐਸੀ ਭਾਵਨਾ ਗੁਰਸਿੱਖਾਂ ਦੇ ਦਿਲਾਂ ਵਿੱਚ ਕਿ ਜਿਹੜਾ 84 ਕਦਮ ਚੱਲ ਕੇ ਭਾਵਨਾ ਸਹਿਤ ਗੁਰੂ ਰਾਮਦਾਸ ਜੀ ਤੇ ਪੂਰਨ ਭਰੋਸਾ ਰੱਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪ੍ਰਵੇਸ਼ ਕਰਦਾ, ਮਹਾਰਾਜ ਜੀ ਦੇ ਦਰਸ਼ਨ ਕਰਦਾ, ਉਹ ਮੁੜ ਕੇ 84 ਲੱਖ ਜੂਨੀਆਂ ਦੇ ਗੇੜੇ ਵਿੱਚ ਨਹੀਂ ਆਉਂਦਾ। ਉਹ ਮੁੜ ਕੇ 84 ਦੇ ਗੇੜ ਵਿੱਚ ਨਹੀਂ ਆਉਂਦਾ। ਐਸਾ ਇਹ ਪਾਵਨ ਦਰਬਾਰ ਹੈ। ਅਪਰ ਨ ਕੋ ਸਮਤਾ ਇਸ ਤਾਰੇ, ਹੋਰ ਕੋਈ ਦੁਨੀਆ ਦਾ ਤੀਰਥ ਇਸ ਪਾਵਨ ਤੀਰਥ ਦੀ ਬਰਾਬਰੀ ਨਹੀਂ ਕਰ ਸਕਦਾ। ਇਹ ਐਸਾ ਪਵਿੱਤਰ ਪਾਵਨ ਅੰਮ੍ਰਿਤ ਸਰੋਵਰ ਹੈ
ਜਿੱਥੇ ਇਸ਼ਨਾਨ ਕਰਨ ਵਾਲਿਆਂ ਦੇ ਪਾਪ ਧੋਤੇ ਜਾਂਦੇ ਨੇ। ਰਾਮਦਾਸ ਸਰੋਵਰ ਨਹਾਤੇ, 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 ਰਾਮਦਾਸ ਸਰੋਵਰ ਨਹਾਤੇ। ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ। ਸੰਤ ਹੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੁਆ ਹੈ ਜੀ ਕਾ। ਹੁਣ ਇਸ਼ਨਾਨ ਕਰਨ ਵਾਲੇ ਤੇ ਲੱਖਾਂ ਹੀ ਨੇ ਉੱਥੇ, ਤੁਸੀਂ ਆਖੋਗੇ ਵੀ ਸਾਰਿਆਂ ਦੇ ਕੁਲ ਤਰ ਗਏ। ਖਾਲਸਾ ਜੀ, ਇਸ਼ਨਾਨ ਵਾਲੇ ਲੱਖਾਂ ਨੇ, ਕਰੋੜਾਂ ਲੋਕ ਨੇ ਜਿਹੜੇ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦੇ ਨੇ, ਪਰ ਉਹਨਾਂ ਕਰੋੜਾਂ ਵਿੱਚੋਂ ਵਿਰਲੇ ਹੋਣਗੇ ਜਿਨ੍ਹਾਂ ਦੇ ਮਨ 'ਚ ਭਾਵਨਾ ਹੋਵੇਗੀ ਕਿ ਇਹ ਪਾਵਨ ਸਰੋਵਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਸ਼ਰੀਰ ਹੈ। ਔਰ ਇਹ ਭਾਵਨਾ ਧਾਰ ਕੇ ਇਸ਼ਨਾਨ ਕਰਨ ਵਾਲਿਆਂ ਦਾ ਮਹਾਰਾਜ ਜੀ ਕਹਿੰਦੇ ਕਈ ਕੋਲਾਂ ਤਰ ਜਾਂਦੀਆਂ। ਭਾਵਨਾ ਤਾਂ ਕਿਸੇ ਵਿਰਲੇ ਦੇ ਹਿਰਦੇ 'ਚ ਹੋਵੇਗੀ ਨਾ। ਇੱਕੋ ਕਲਾਸ ਵਿੱਚ 50 ਵਿਦਿਆਰਥੀ ਨੇ, ਸਾਰੇ ਤੇ ਨਹੀਂ ਮੈਰਿਟ ਲਿਸਟ 'ਚ ਪਾਸ ਹੁੰਦੇ, ਕਈ ਫੇਲ ਵੀ ਹੁੰਦੇ ਨੇ। ਪੜ੍ਹਾਉਣ ਵਾਲਾ ਅਧਿਆਪਕ ਵੀ ਇੱਕੋ, ਕਿਤਾਬਾਂ ਵੀ ਉਹੀ, ਕਲਾਸਰੂਮ ਵੀ ਉਹੀ। ਇਸੇ ਤਰ੍ਹਾਂ ਲੱਖਾਂ ਲੋਕ ਆਉਂਦੇ, ਪਰ ਭਾਵਨਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ। ਜਿਨ੍ਹਾਂ ਦੀ ਭਾਵਨਾ, ਜਿਨ੍ਹਾਂ ਦੇ ਮਨ 'ਚ ਗੁਰੂ ਰਾਮਦਾਸ ਸਾਹਿਬ ਤੇ ਪੂਰਨ ਭਰੋਸਾ ਹੈ। ਵੇਖਦੇ ਹੋ ਨਾ ਕਿਵੇਂ ਮਹਾਰਾਜ ਜੀ ਦੀ ਕਲਾ ਵਰਤਦੀ। ਭਰੋਸਾ ਧਾਰ ਕੇ ਆਏ, ਕਿਸੇ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਜਦੋਂ ਪਹੁੰਚੇ ਤੇ ਮਹਾਰਾਜ ਜੀ ਦੇ ਦਰਬਾਰ ਦੇ ਦੀਦਾਰ ਕੀਤੇ, ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਕੇ ਰੋਸ਼ਨੀ ਮੁੜਾਈ, ਪਰਤ ਆਈ। ਕਦੇ ਕੋਈ ਪਿੰਗਲਾ ਉਹ ਚੱਲਣ ਜੋਗਾ ਹੋ ਜਾਂਦਾ। ਗੁਰੂ ਸਾਹਿਬ ਦੇ ਦਰਬਾਰ ਦੀ ਮਹਿਮਾ, ਭਰੋਸੇ ਵਾਲਿਆਂ ਦੀ ਗੱਲ ਹੈ। ਜਿਹੜੇ ਬੇਭਰੋਸਾ ਰੱਖਣ ਵਾਲੇ ਬੇਪਰਤੀਤੇ ਲੋਕ ਨੇ ਨਾ, ਉਹ ਤਾਂ ਸ਼ੰਕੇ ਪਾਉਂਦੇ ਸੰਗਤ ਦੇ ਦਿਲਾਂ ਵਿੱਚ। ਉਹ ਕਹਿੰਦੇ ਜੇ ਕੋਈ ਕੜਾਹੇ ਦੇ ਵਿੱਚ ਡਿੱਗ ਕੇ ਸੜ ਜਾਂਦਾ ਤੇ ਫਿਰ ਉਹਨੂੰ ਅੰਮ੍ਰਿਤਸਰ ਸਰੋਵਰ 'ਚ ਕਿਉਂ ਨਹੀਂ ਨਵਾਇਆ, ਹਸਪਤਾਲ ਕਿਉਂ ਲੈ ਕੇ ਗਏ। ਏਦਾਂ ਦੀਆਂ ਗੱਲਾਂ ਕਰਕੇ ਸੰਗਤਾਂ ਦੇ ਦਿਲਾਂ ਵਿੱਚ ਗੁਰੂ ਸਾਹਿਬ ਦੇ ਦਰਬਾਰ ਦੇ ਖਿਲਾਫ ਬੇਪ੍ਰਤੀਤਗੀ ਪੈਦਾ ਕਰ ਰਹੇ ਨੇ। ਖੈਰ, ਗੁਰੂ ਸਾਹਿਬ ਸਭ ਨੂੰ ਸਤਿਬੁੱਧੀ ਤੇ ਸਮੱਤ ਪ੍ਰਦਾਨ ਕਰੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਭਾਈ ਇਹ ਪਾਵਨ ਪਵਿੱਤਰ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ, ਇਹਦੇ ਬਰਾਬਰ ਦੁਨੀਆ ਵਿੱਚ ਕੋਈ ਹੋਰ ਤੀਰਥ ਨਾ ਹੋਇਆ ਤੇ ਨਾ ਹੀ ਹੋ ਸਕੇਗਾ। ਹਰ ਮੰਦਰ ਮੈਂ ਨਿਤ ਸਤਨਾਮ, ਸਿਮਰੈ ਸੁਨੈ ਸੋ ਮਨ ਬਿਸਰਾਮ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਿਤ ਸੱਚੇ ਨਾਮ ਦਾ ਜਾਪ ਹੁੰਦਾ ਹੈ। ਨਿਤ ਗੁਰਮੁਖ ਪਿਆਰੇ ਇਸ ਨਾਮ ਨੂੰ ਸਿਮਰਦੇ ਨੇ ਔਰ ਨਾਮ ਨੂੰ ਸੁਣਦੇ ਹਨ। ਕਰਤ ਪ੍ਰੇਮ ਕੋ ਛੇਮ ਲਹੇਂਗੇ, ਔਰ ਪ੍ਰੇਮ ਧਾਰਨ ਕਰਕੇ ਛੇਮ ਲਹੇਂਗੇ, ਮੁਕਤੀ ਨੂੰ ਪ੍ਰਾਪਤ ਹੋਣਗੇ। ਬ੍ਰਹਮ ਗਿਆਨ ਤੇ ਕਸ਼ਟ ਦਹੇਂਗੇ। ਇੱਥੇ ਆ ਕੇ ਬਾਣੀ ਪੜਨ ਵਾਲੇ, ਸੁਣਨ ਵਾਲਿਆਂ ਨੂੰ, ਅਭਿਆਸ ਕਰਨ ਵਾਲਿਆਂ ਨੂੰ ਬ੍ਰਹਮ ਗਿਆਨ ਦੀ ਵੀ ਪ੍ਰਾਪਤੀ ਹੁੰਦੀ ਹੈ। ਤੀਨੋਂ ਤਾਪ ਨਿਵਾਰਨ ਕਰੇ। ਤਿੰਨਾਂ ਤਾਪਾਂ ਨੂੰ ਨਿਵਾਰਨ ਵਾਲਾ ਹੈ ਮਹਾਰਾਜ ਜੀ ਦਾ ਇਹ ਪਾਵਨ ਦਰਬਾਰ। ਅੰਤੈ ਕਰਨ ਮਹਾ ਮਲ ਹਰੇ। ਅੰਤਸ਼ ਕਰਨ ਦੀ ਮਹਾ ਮੈਲ ਨੂੰ
ਇਹ ਪਾਵਨ ਦਰਬਾਰ ਦੂਰ ਕਰਨ ਵਾਲਾ ਹੈ। ब्रह्म ज्ञान को लह निष्काम। ਔਰ ਜਿਹੜੇ ਕਾਮਨਾ ਰਹਿਤ ਹੋ ਕੇ ਗੁਰਬਾਣੀ ਦੇ ਲੜ ਲੱਗੇ ਨੇ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਣਗੇ। ओरे कामना जो सह काम। ਜਿਹੜੇ ਕਾਮਨਾ ਧਾਰ ਕੇ ਆਉਣਗੇ ਉਹਨਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ। ਡਾਕਟਰ ਉਹਨਾਂ ਰੋਗਾਂ ਦਾ ਇਲਾਜ ਕਰਦੇ ਨੇ ਜਿਨ੍ਹਾਂ ਰੋਗਾਂ ਦਾ ਇਲਾਜ ਉਹਨਾਂ ਦੇ ਵੱਸ ਵਿੱਚ ਹੈ, ਪਰ ਗੁਰੂ ਰਾਮਦਾਸ ਜੀ ਉਹਨਾਂ ਰੋਗਾਂ ਦਾ ਇਲਾਜ ਕਰਦੇ ਨੇ ਜਿਸ ਦਾ ਇਲਾਜ ਕਿਸੇ ਦੁਨੀਆ ਦੇ ਡਾਕਟਰ ਦੇ ਵੱਸ ਵਿੱਚ ਨਹੀਂ ਰਹਿੰਦਾ। ਡਾਕਟਰ ਉਹੀ ਇਲਾਜ ਕਰ ਸਕਦੇ ਆ ਨਾ ਜਿਹੜਾ ਰੋਗ ਉਹਨਾਂ ਦੇ ਵੱਸ ਵਿੱਚ ਹੋਵੇ, ਤੇ ਜਿਹੜਾ ਡਾਕਟਰਾਂ ਦੇ ਵੱਸ ਵਿੱਚ ਨਹੀਂ ਰਹਿੰਦਾ ਕਹਿ ਦੇਣ ਡਾਕਟਰ ਭਾਈ ਹੁਣ ਤੇਰਾ ਕੋਈ ਇਲਾਜ ਨਹੀਂ ਹੋ ਸਕਦਾ, ਉਹਨਾਂ ਦਾ ਇਲਾਜ ਫਿਰ ਗੁਰੂ ਰਾਮਦਾਸ ਜੀ ਕਰਦੇ ਹਨ। ਆਹ ਵਡਿਆਈ ਹੈ ਸਤਿਗੁਰਾਂ ਦੇ ਦਰਬਾਰ ਦੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਐਸਾ ਪਾਵਨ ਦਰਬਾਰ ਹੈ ਜਿਹੜਾ ਕਾਮਨਾ ਧਾਰ ਕੇ ਆਉਂਦਾ ਹੈ ਉਹਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ। ਅੰਮ੍ਰਿਤਸਰ ਪਰ ਕਰਮਾ ਮਾਏ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੋ ਪਰਿਕਰਮਾ ਹੈ ਪਗ ਪਗ ਮੈਂ ਸੋ ਤੀਰਥ ਆਹੇ। ਕਹਿੰਦੇ ਇੱਕ ਇੱਕ ਪੈਰ ਪੁੱਟੋਗੇ ਨਾ ਇੱਕ ਇੱਕ ਪੈਰ ਦੇ ਵਿੱਚ 100 ਤੀਰਥ ਵਸਦੇ ਨੇ ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ 'ਚ। ਇੱਥੇ ਤਾਂ ਪੂਰੇ ਹਿੰਦੁਸਤਾਨ 'ਚ ਕਹਿੰਦੇ ਕੱਲੇ 68 ਤੀਰਥ ਨੇ। ਅੰਮ੍ਰਿਤਸਰ ਸਰੋਵਰ ਦੇ ਪਰਿਕਰਮਾ ਦੇ ਇੱਕ ਇੱਕ ਪੈਰ ਦੇ ਵਿੱਚ ਇੱਕ ਇੱਕ ਪੱਗ ਪੁੱਟੋਗੇ ਨਾ ਇੱਕ ਇੱਕ ਪੈਰ ਦੇ ਵਿੱਚ 100 ਤੀਰਥ ਨਿਵਾਸ ਕਰਦੇ ਨੇ। ਇੰਨੀ ਪਵਿੱਤਰਤਾ ਤੇ ਪਾਵਨਤਾ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਇੱਕ ਇੱਕ ਇੰਚ ਤੇ ਸੈਂਕੜੇ ਸ਼ਹੀਦਾਂ ਦੇ ਸੀਸ ਵਿਰਾਜਮਾਨ ਹਨ। ਇਹ ਪਾਵਨਤਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਬਚਨ ਹਨ ਕਿ ਜਿਹੜਾ ਗੁਰਮੁਖ ਪਿਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਚ ਆ ਕੇ ਮੰਨ ਲਓ ਕੋਈ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਉਹਨਾਂ ਨੂੰ ਕਈ ਪਾਠਾਂ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਪਰ ਜੇ ਕੋਈ ਇੱਕ ਪਾਪ ਕਰਮ ਵੀ ਆ ਕੇ ਚਿਤਵ ਲੈਂਦਾ ਨਾ ਮਨ 'ਚ ਸੋਚ ਵੀ ਲੈਂਦਾ ਤੇ ਫਿਰ ਉਹਨੂੰ ਕਈ ਗੁਣਾ ਜ਼ਿਆਦੇ ਪਾਪ ਦਾ ਫਲ ਪ੍ਰਾਪਤ ਹੁੰਦਾ ਹੈ। ਪੁੰਨ ਚਿਤਵੇ ਤੇ ਪੁੰਨ ਕਈ ਗੁਣਾ ਵੱਧ ਮਿਲਦਾ, ਪਾਪ ਚਿਤਵੇ ਤੇ ਪਾਪ ਵੀ ਕਈ ਗੁਣਾ ਵੱਧ ਮਿਲਦਾ। ਇਸ ਕਰਕੇ ਮਹਾਂਪੁਰਸ਼ ਆਪਣੇ ਵਿਦਿਆਰਥੀਆਂ ਨੂੰ ਸੰਤ ਗੁਰਬਚਨ ਸਿੰਘ ਜੀ ਇਹ ਖਾਸ ਹਦਾਇਤ ਕਰਦੇ ਸਨ ਕਿ ਤੁਸੀਂ ਦਰਬਾਰ ਸਾਹਿਬ ਵਿੱਚ ਉਦੋਂ ਤੱਕ ਬੈਠਣਾ ਜਦੋਂ ਤੱਕ ਤੁਹਾਨੂੰ ਨੀਂਦ ਨਾ ਆਵੇ। ਜੇ ਨੀਂਦ ਆਉਣ ਲੱਗੇ ਤਾਂ ਵੀ ਉੱਠ ਕੇ ਚਲੇ ਜਾਓ। ਅਕਸਰ ਵੇਖਣ ਵਿੱਚ ਆਉਂਦਾ ਨਾ ਆਪਾਂ ਟੀਵੀ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਪਿੱਛੇ ਕਈ ਸੱਜਣਾ ਨੇ ਧੌਣਾ ਥੱਲੇ ਨੂੰ ਸੁੱਟੀਆਂ ਹੁੰਦੀਆਂ। ਦਰਬਾਰ ਸਾਹਿਬ ਦੇ ਵਿੱਚ ਨੀਂਦ ਆਉਣ ਲੱਗੇ ਤਾਂ ਵੀ ਉੱਠ ਕੇ ਚਲਾ ਜਾਏ, ਪਰਿਕਰਮਾ ਵਿੱਚ ਆ ਜਾਵੇ। ਜੇ ਉੱਥੇ ਬੈਠਿਆਂ ਮਨ 'ਚ ਵਿਕਾਰ ਆਉਣ ਲੱਗ ਪੈਣ ਤਾਂ ਵੀ ਉੱਠ ਕੇ ਬਾਹਰ ਚਲਾ ਆਵੇ। ਇਹ ਸੰਤ ਗੁਰਬਚਨ ਸਿੰਘ ਜੀ ਦੇ ਮਹਾਂਪੁਰਸ਼ਾਂ ਦੇ ਬਚਨ ਸਨ। ਆਪਣੇ ਵਿਦਿਆਰਥੀਆਂ ਨੂੰ ਉਹ ਖਾਸ ਕਰਕੇ ਹਦਾਇਤ ਕਰਦੇ ਸਨ। ਖੈਰ ਗੁਰੂ ਸਾਹਿਬ ਇਹੋ ਜੀ ਭਾਵਨਾ ਸਤਿਕਾਰ ਗੁਰੂ ਦਰਬਾਰ ਦਾ ਸਾਡੇ ਹਿਰਦੇ 'ਚ ਵੀ ਬਖਸ਼ ਦੇਣ। ਹਾਂਜੀ। ਸੂਖਮ ਰੂਪ ਧਾਰ ਤਟ ਰਹੇ। ਮਹਾਰਾਜ ਜੀ ਕਹਿੰਦੇ ਸੂਖਮ ਰੂਪ ਧਾਰ ਕੇ ਸਾਰੇ ਤੀਰਥ ਇੱਥੇ ਹੀ ਵਸਦੇ ਹਨ। ਨਿਜ ਨਿਜ ਪਾਵਨਤਾ ਕੋ ਚਾਹੇ। ਉਹ ਸਾਰੇ ਆਪਣੀ ਪਵਿੱਤਰਤਾ ਤੇ ਪਾਵਨਤਾ ਚਾਹੁੰਦੇ ਹਨ। ਕਾਲਾ ਸਿੱਖ ਮੇਹਰਾ ਔਰ। ਇਸੇ ਤਰ੍ਹਾਂ ਖਾਲਸਾ ਜੀ ਭਾਈ ਕਾਲਾ ਜੀ ਭਾਈ ਮੇਹਰਾ ਜੀ ਸਣੇ ਨਿਹਾਲੂ ਰਹਿ ਗਿਰ ਠੌਰ। ਭਾਈ ਨਿਹਾਲੂ ਜੀ ਇਹ ਪਹਾੜੀ ਇਲਾਕੇ ਵਿੱਚ ਰਹਿਣ ਵਾਲੇ ਸਨ। ਸੋ ਬੰਧਨ ਕਰ ਬੈਠੇ ਪਾਸ। ਭਾਈ ਕਾਲਾ ਭਾਈ ਮੇਹਰਾ ਤੇ ਭਾਈ ਨਿਹਾਲੂ ਇਹ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਗੁਰੂ ਚਰਨਾਂ 'ਚ ਬੈਠ ਗਏ। ਸੁਨ ਪਰ ਸੰਗ ਕੋ ਬਾਕ ਪ੍ਰਕਾਸ਼। ਮਹਾਰਾਜ ਜੀ ਦੇ ਬਚਨ ਸੁਣ ਕੇ ਇਹ ਬੋਲੇ ਕਹਿਣ ਲੱਗੇ ਕਹੋ ਪ੍ਰਭੂ ਕਰ ਸੰਸੇ ਹਾਨੀ। ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਸਾਡਾ ਸੰਸਾ ਦੂਰ ਕਰੋ। ਬਸੇ ਤਾਮਸੀ ਇਹਾਂ ਜੇ ਪ੍ਰਾਨੀ। ਉਹ ਕਹਿਣ ਲੱਗੇ ਮਹਾਰਾਜ ਇੱਥੇ ਜਿਹੜੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਾਮਸੀ ਲੋਕ ਵਸਦੇ ਨੇ, ਤਮੋ ਗੁਣੀ ਬਿਰਤੀ ਵਾਲੇ,
ਮਾੜੀ ਭੈੜੀ ਬਿਰਤੀ ਵਾਲੇ ਲੋਕ ਵੀ ਤਾਂ ਸ਼ਹਿਰ 'ਚ ਵਸਦੇ ਨੇ ਨਾ, ਚੰਗੇ ਵੀ ਨੇ ਤੇ ਬੁਰੇ ਵੀ ਨੇ। ਉਹ ਵੀ ਉੱਥੇ ਹੀ ਵਸਦੇ ਸਨ ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਰਸ਼ਨ ਨਹੀਂ ਕਰਨ ਦਿੱਤੇ, ਦਰਵਾਜ਼ੇ ਉਹਨਾਂ ਲਈ ਬੰਦ ਕਰ ਦਿੱਤੇ ਸਨ। ਸੁਭਾਵਕ ਹੈ ਨਾ ਇਹ ਸਵਾਲ ਉਪਜਣਾ, ਮਹਾਰਾਜ ਚਲੋ ਭਲਿਆਂ ਦੀ ਤਾਂ ਤੁਸੀਂ ਗੱਲ ਕਰ ਦਿੱਤੀ, ਪਰ ਜਿਹੜੇ ਤਾਮਸੀ ਲੋਕ ਇਸ ਜਗ੍ਹਾ ਤੇ ਵਸਦੇ ਹਨ, ਕਰੇ ਪਾਪ ਨੈ ਅਦਬ ਰਖੰਤੇ, ਉਹ ਇੱਥੇ ਰਹਿ ਕੇ ਏਡੇ ਪਵਿੱਤਰ ਨਗਰ ਅੰਮ੍ਰਿਤਸਰ ਸ਼ਹਿਰ ਵਿੱਚ ਰਹਿ ਕੇ ਵੀ ਪਾਪ ਕਰਦੇ ਨੇ, ਔਰ ਇਸ ਸ਼ਹਿਰ ਦਾ ਅਦਬ ਨਹੀਂ ਰੱਖਦੇ, ਇਸ ਪਵਿੱਤਰ ਨਗਰੀ ਦਾ ਸਤਿਕਾਰ ਨਹੀਂ ਰੱਖਦੇ। ਉਸੇ ਸ਼ਹਿਰ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ ਕੇ ਬੈਠੇ ਨੇ, ਪੀਣ ਵਾਲੇ ਉਹਨਾਂ ਸ਼ਰਾਬ ਦੀਆਂ ਦੁਕਾਨਾਂ ਤੋਂ ਲੈ ਕੇ ਸ਼ਰਾਬਾਂ ਪੀ ਰਹੇ ਨੇ। ਉਸੇ ਸ਼ਹਿਰ ਦੇ ਵਿੱਚ ਤਮਾਕੂ ਵਰਤਿਆ ਜਾ ਰਿਹਾ ਹੈ। ਮਹਾਰਾਜ ਜਿਹੜੇ ਇਦਾਂ ਦੇ ਲੋਕ ਇੱਥੇ ਵਸਦੇ ਨੇ ਤਾਮਸੀ, ਜਿਹੜੇ ਇਸ ਨਗਰ ਵਿੱਚ ਇਸ ਨਗਰ ਦਾ ਸਤਿਕਾਰ ਨਾ ਰੱਖਦੇ ਹੋਇਆਂ ਪਾਪ ਕਰਮ ਕਰਦੇ ਹਨ, ਸੋ ਕਿਸ ਵਿਦ ਕੀ ਗਤੀ ਲਹੰਤੇ, ਮਹਾਰਾਜ ਉਹਨਾਂ ਦੀ ਕੀ ਹਾਲਤ ਹੋਵੇਗੀ, ਉਹਨਾਂ ਦੀ ਕੀ ਗਤ ਹੋਵੇਗੀ, ਉਹ ਵੀ ਦੱਸ ਦਿਓ। ਸ਼੍ਰੀ ਮੁਖ ਤੇ ਫੁਰਮਾਵਨ ਕੀਨਾ, ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਇਆ ਬੋਲੇ, ਬਸੇ ਜੇ ਮਹਿਮਾ ਨੈ ਮਨ ਚੀਨ। ਮਹਾਰਾਜ ਕਹਿੰਦੇ ਜਿਹੜੇ ਇਦਾਂ ਦੇ ਲੋਕ ਇੱਥੇ ਵਸਦੇ ਨੇ, ਇਸ ਪਾਵਨ ਦਰਬਾਰ ਦੀ, ਮਹਾਰਾਜ ਜੀ ਦੀ ਪਵਿੱਤਰ ਨਗਰੀ ਦੀ ਮਹਿਮਾ ਨੂੰ ਨਹੀਂ ਜਾਣਦੇ। ਠਾਨੈ ਪਾਪ ਨਾ ਜਾਣੈ ਮੂੜ, ਪਾਪ ਕਰਮ ਕਰਦੇ ਨੇ, ਮੂਰਖ ਇਸ ਨਗਰ ਦੀ ਮਹਿਮਾ ਨੂੰ ਨਹੀਂ ਸਮਝਦੇ, ਨਹੀਂ ਜਾਣਦੇ। ਸੁਨੇ ਨਾ ਸਤ ਨਾਮ ਬੌਰੂੜ, ਉਹ ਲੋਕ ਉਹਨਾਂ ਬਗਲਿਆਂ ਦੇ ਬਰਾਬਰ ਨੇ ਜਿਹੜੇ ਬਗਲੇ ਗੰਗਾ ਦੇ ਕਿਨਾਰੇ ਤੇ ਜਾ ਕੇ ਬਹਿ ਗਏ, ਪਰ ਉਹਨਾਂ ਨੂੰ ਗੰਗਾ ਦੇ ਤੀਰਥ ਦੀ ਮਹਿਮਾ ਦਾ ਕੀ ਪਤਾ। ਉਹਨਾਂ ਤੇ ਉੱਥੇ ਜਾ ਕੇ ਵੀ ਡੱਡੀਆਂ ਮੱਛੀਆਂ ਹੀ ਖਾਣੀਆਂ। ਉਹ ਜਿਹੜੇ ਨਾਮ ਤੋਂ ਵਿਹੂਣੇ ਬੇਮੁਖ ਪਾਪ ਕਰਮ ਕਰਨ ਵਾਲੇ ਲੋਕ ਨੇ, ਤ੍ਰਿਗਦ ਜੋਨ ਮਰ ਏਠਾਂ ਪਾਵੇ। ਮਹਾਰਾਜ ਜੀ ਕਹਿੰਦੇ ਜੇ ਉਹ ਬੰਦੇ ਇਸ ਨਗਰ 'ਚ ਮਰਨਗੇ ਤੇ ਇਹ ਨਹੀਂ ਵੀ ਉਹ ਵੀ ਮੁਕਤ ਹੋ ਜਾਣਗੇ। ਬਨਾਰਸ ਵਿੱਚ ਤਾਂ ਕਹਿੰਦੇ ਜਿਹੜਾ ਮਰ ਜੇ ਸਾਰੀ ਮੁਕਤ ਨੇ, ਪਰ ਪਾਤਸ਼ਾਹ ਨੇ ਫੈਸਲਾ ਦੇ ਦਿੱਤਾ ਨਾਲ ਹੀ, ਕਹਿੰਦੇ ਜਿਹੜੇ ਇੱਥੇ ਨਾਮ ਜਪਣ ਵਾਲੇ ਉਹ ਤਾਂ ਮੁਕਤ ਹੈ ਨਹੀਂ, ਪਰ ਜਿਹੜੇ ਪਾਪ ਕਰਦੇ ਨੇ ਇਸ ਨਗਰ 'ਚ ਰਹਿ ਕੇ ਇਸ ਨਗਰ ਦੀ ਮਹਿਮਾ, ਦਰਬਾਰ ਦੀ ਮਹਿਮਾ ਨੂੰ ਨਹੀਂ ਜਾਣਦੇ। ਮਹਾਰਾਜ ਕਹਿੰਦੇ ਉਹ ਮਨੁੱਖ ਮਰ ਕੇ ਤ੍ਰਿਗਦ ਤਿਰਕਾਰ ਜੂਨੀਆਂ ਜਿਹੜੀਆਂ ਨੇ, ਟੇਢੀਆਂ ਜੂਨੀਆਂ, ਉਹਨਾਂ ਜੂਨੀਆਂ 'ਚ ਪੈਣਗੇ। ਕੂਕਰੈ ਸੂਕਰੈ ਕੱਕ ਹੈ ਸਰਪਨੈ ਤੁਲ ਖਲ ਹੈ, ਇਦਾਂ ਦੀਆਂ ਜਿਹੜੀਆਂ ਤ੍ਰਿਗਦ ਜੂਨੀਆਂ ਨੇ, ਉਹਨਾਂ ਤ੍ਰਿਗਦ ਜੂਨੀਆਂ ਦੇ ਵਿੱਚ ਉਹ ਭਟਕਣਗੇ। ਊਕਰ ਕਾਕ ਭੂੰਡ ਬਨ ਜਾਵੇ, ਕੀ ਬਣਨਗੇ? ਕੁੱਤੇ ਬਣਨਗੇ, ਉਹ ਫਿਰ ਕਾਂ ਬਣਨਗੇ, ਭੂੰਡ ਬਣਨਗੇ, ਜਾਂ ਇਹਦੇ ਤੋਂ ਇਲਾਵਾ ਹੋਰ ਜੂਨੀਆਂ ਹਨ। ਮੂਖਕ ਸਰਪ ਬਨੇ ਅਗ ਭੋਗੇ, ਚੂਹੇ ਦੀ ਜੂਨੀ, ਸੱਪ ਦੀ ਜੂਨੀ ਦੇ ਵਿੱਚ ਪਏ ਆਪਣੇ ਪਾਪ ਕਰਮਾਂ ਦਾ ਫਲ ਭੁਗਤਣਗੇ ਇਹੋ ਜਿਹੇ ਲੋਕ। ਪੁਨ ਨਰ ਇਸ ਥਲ ਬਨੇ ਅਰੋਗੇ। ਮਹਾਰਾਜ ਜੀ ਕਹਿੰਦੇ ਪਾਵਨ ਪਵਿੱਤਰ ਨਗਰ ਐਸਾ ਹੈ ਕਿ ਇੱਥੇ ਮੇਰੇ ਸਤਿਗੁਰੂ ਜੀ ਨੇ ਦਇਆ ਕਰਕੇ ਜੀਵਾਂ ਦੇ ਕਲਿਆਣ ਵਾਸਤੇ, ਭਲੇ ਵਾਸਤੇ ਅਰੋਗਤਾਈ ਵਰਤਾਈ ਹੈ। ਪੁਨ ਭਗਤੀ ਕੋ ਪ੍ਰਾਪਤ ਸੋਏ, ਔਰ ਮਹਾਰਾਜ ਜੀ ਕਹਿੰਦੇ ਜਦੋਂ ਕੋਈ ਇੱਥੇ ਰਹਿ ਕੇ ਨਾਮ ਜਪੇਗਾ ਉਹ ਭਗਤੀ ਨੂੰ ਪ੍ਰਾਪਤ ਹੋਵੇਗਾ। ਛੁੱਟੇ 84 ਕੌਣ ਨਾ ਹੋਏ, ਉਹ 84 ਲੱਖ ਜੂਨੀਆਂ ਤੋਂ ਛੁੱਟ ਜਾਏਗਾ, ਉਹਨੂੰ ਫਿਰ ਮੁੜ ਕੇ ਕਿਸੇ ਪ੍ਰਕਾਰ ਦੀ ਜੂਨੀ ਵਿੱਚ ਨਹੀਂ ਪੈਣਾ ਪਵੇਗਾ। ਸੁਨ ਸਭ ਸਿੱਖਨ ਸੀਸ ਨਿਵਾਇਓ, ਧੰਨ ਗੁਰੂ ਤੀਰਥ ਪ੍ਰਗਟਾਇਓ। ਸੁਣ ਕੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ, ਆਪ ਜੀ ਨੇ ਐਸਾ ਮਹਾਨ ਤੀਰਥ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਕੀਤਾ ਹੈ, ਜਿੱਥੇ ਪ੍ਰਤੱਖ ਰੂਪ ਵਿੱਚ ਹਰੀ ਜੀ ਵਸਦੇ ਨੇ। ਨਾਸਤਕ ਤੋਂ ਨਾਸਤਕ ਬੰਦਾ ਵੀ ਜਦੋਂ ਦਰਬਾਰ ਸਾਹਿਬ ਪਰਿਕਰਮਾ 'ਚ ਪਹੁੰਚਦਾ ਨਾ, ਉਹਦੇ ਤੇ ਇੱਕ ਐਸਾ ਪ੍ਰਭਾਵ ਪੈਂਦਾ ਹੈ ਕਿ ਉਹਦਾ ਦਿਲ ਬਦੋ ਬਦੀ ਮਹਾਰਾਜ ਜੀ ਦੇ ਸ਼ਬਦ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਬਦੋ ਬਦੀ ਰਸਨਾ ਤੋਂ ਨਿਕਲਦਾ ਧੰਨ ਗੁਰੂ ਰਾਮਦਾਸ, ਜਿਹੜਾ ਵੀ ਉੱਥੇ ਚਲਿਆ ਜਾਂਦਾ।
ਜਿਹੜੇ ਲੋਕ ਗੁਰੂ ਦਰਬਾਰ ਦੀ ਮਹਿਮਾ ਤੋਂ ਅਣਜਾਣ ਲੋਕ ਵੀ ਉੱਥੇ ਆਏ, ਉਹਨਾਂ ਨੇ ਵੀ ਆਪਣਾ ਤਜਰਬਾ ਸਾਂਝਾ ਕਰਦਿਆਂ ਇਹ ਗੱਲ ਕਹੀ, ਇੱਥੇ ਆ ਕੇ ਸਾਨੂੰ ਇੱਕ ਐਸਾ ਅਨੁਭਵ ਪ੍ਰਤੀਤ ਹੋਇਆ ਜਿਹੜਾ ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਐਸਾ ਅਨੁਭਵ, ਐਸਾ ਆਨੰਦ ਇਹ ਵਾਕਈ ਹੈ। ਹਾਂਜੀ, ਦੋਹਰਾ ਕਾਲੋ ਸੀ ਬੜ ਸੂਰਮਾ, ਕੱਕਾ ਜਿਸ ਕੀ ਜਾਤ। ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਹੋਰ ਸਿੱਖ ਆਇਆ, ਇਹਦਾ ਨਾਂ ਸੀ ਭਾਈ ਕਾਲੋ। ਕੱਕਾ ਇਹਦੀ ਜਾਤ ਸੀ, ਕੱਕੇ ਜਾਤ ਦੇ ਨਾਲ ਇਹ ਸੰਬੰਧਿਤ ਸੀ। ਸ਼੍ਰੀ ਅਰਜਨ ਕੋ ਨਮੋ ਕਰ, ਪੂਜਤ ਭਇਓ ਫਿਰ ਭਾਂਤ। ਭਾਈ ਕਾਲੋ ਕੱਕਾ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ। ਜੋ ਪਈ ਮਰੇ ਜੁੱਧ ਮੈਂ ਜੋਤਾ ਜੋਏ। ਇਹ ਸਤਿਗੁਰੂ ਜੀ ਨੂੰ ਪੁੱਛਣ ਲੱਗਾ, ਮਹਾਰਾਜ ਜਿਹੜਾ ਕੋਈ ਸੂਰਮਾ ਯੋਧਾ ਜੰਗ ਦੇ ਮੈਦਾਨ ਦੇ ਵਿੱਚ ਬੈਰੀ ਨਾਲ ਲੜਦਿਆਂ ਮਰ ਜਾਂਦਾ ਹੈ, ਕੋ ਪਦ ਤਿਸ ਕੋ ਪ੍ਰਾਪਤ ਹੋਏ। ਮਹਾਰਾਜ ਉਹਨੂੰ ਕਿਹੜੀ ਪਦਵੀ ਮਿਲਦੀ, ਕਿਉਂਕਿ ਇਹ ਵੀ ਸੂਰਮਾ ਸੀ, ਯੋਧਾ ਸੀ, ਸਿਪਾਹੀ ਸੀ। ਕਹਿਣ ਲੱਗਾ, ਮਹਾਰਾਜ ਜਿਹੜਾ ਜੰਗ ਦੇ ਮੈਦਾਨ ਵਿੱਚ ਲੜਦਿਆਂ ਸੂਰਮਤਾਈ ਦੇ ਨਾਲ ਦੁਸ਼ਮਣ ਨਾਲ ਮੱਥਾ ਲਾਉਂਦਿਆਂ ਖਿੜੇ ਮੱਥੇ ਛਾਤੀ ਤੇ ਵਾਰ ਸਹਾਰ ਕੇ ਸ਼ਹੀਦ ਹੋ ਜਾਂਦਾ ਹੈ, ਮਹਾਰਾਜ ਉਹਨੂੰ ਕਿਹੜੀ ਪਦਵੀ ਮਿਲਦੀ ਹੈ? ਕਹਾਂ ਜਾਏ ਸੁਖ ਕੇਤਕ ਪਾਵੇ। ਉਹ ਕਿੱਥੇ ਜਾਂਦਾ ਹੈ ਔਰ ਉਹਨੂੰ ਕਿਤਨਾ ਸੁਖ ਪ੍ਰਾਪਤ ਹੁੰਦਾ ਹੈ? ਸੁਨ ਸ਼੍ਰੀ ਮੁਖ ਤੇ ਤਾਏ ਬਤਾਵੇ। ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਭਾਈ ਕਾਲੋ ਕੱਕਾ ਜੀ ਨੂੰ ਕਹਿਣ ਲੱਗੇ, ਧਰਮ ਵੀਰਤਾ ਜਿਸ ਨੇ ਧਾਰਾ। ਮਹਾਰਾਜ ਜੀ ਕਹਿਣ ਲੱਗੇ, ਜਿਨ੍ਹਾਂ ਨੇ ਧਰਮ ਵੀਰਤਾ, ਵੀਰਤਾ ਦਾ ਧਰਮ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਨਿਰਭੈ ਰਹਿਨ ਸੰਗਰਾਮ ਮਝਾਰਾ। ਜਿਹੜੇ ਨਿਰਭੈ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਸੂਰਮਤਾਈ ਨਾਲ, ਵੀਰਤਾ ਨਾਲ ਲੜਦੇ ਹਨ। ਜੀਤੇ ਉਹ ਸ਼ਤਰੂ ਚਹਿਤ ਚਿਤ ਮਰਿਓ। ਔਰ ਜੰਗ ਦੇ ਮੈਦਾਨ ਵਿੱਚ ਆਪਣੇ ਦੁਸ਼ਮਣ ਨੂੰ ਜਿੱਤਣ ਦੀ ਇੱਛਾ ਰੱਖ ਕੇ ਮਰ ਜਾਵੇ ਪਰ ਜਿੱਤ ਨਾ ਸਕੇ, ਜਿੱਤਣਾ ਚਾਹਵੇ ਪਰ ਜਿੱਤਣ ਤੋਂ ਪਹਿਲਾਂ ਹੀ ਸ਼ਹੀਦ ਹੋ ਜਾਏ, ਔਰ ਦੁਸ਼ਮਣ ਨੂੰ ਜਿੱਤਣ ਦੀ ਇੱਛਾ ਰੱਖ ਕੇ ਜੰਗ ਦੇ ਮੈਦਾਨ ਦੇ ਵਿੱਚ ਮਰ ਜਾਵੇ। ਮਰਤ ਜੇ ਸਤ ਨਾਮ ਉਰ ਧਰਿਓ। ਉਸ ਵੇਲੇ ਮਰਦਿਆਂ ਜੇ ਉਹਨੇ ਆਪਣੇ ਹਿਰਦੇ ਵਿੱਚ ਸੱਚਾ ਨਾਮ ਧਾਰਨ ਕੀਤਾ ਹੈ, ਪਰਮਾਤਮਾ ਦਾ ਨਾਮ ਆਪਣੇ ਹਿਰਦੇ 'ਚ ਵਸਾਇਆ ਹੈ, ਪ੍ਰਾਪਤ ਹੋਤ ਪਰਮ ਗਤ ਸੋਏ। ਉਹ ਸ਼ਹੀਦ ਪਰਮ ਗਤੀ ਨੂੰ, ਸ੍ਰੇਸ਼ਟ ਗਤੀ ਨੂੰ ਜਾ ਕੇ ਪ੍ਰਾਪਤ ਹੋ ਜਾਂਦਾ ਹੈ। ਸਭ ਤੋਂ ਉੱਤਮ ਪਦਵੀ, ਸ੍ਰੇਸ਼ਟ ਪਦਵੀ ਉਹਨੂੰ ਪ੍ਰਾਪਤ ਹੁੰਦੀ ਹੈ। ਜਨਮ ਜਨਮ ਕੇ ਪਾਪਨ ਖੋਏ। ਉਹ ਆਪਣੇ ਜਨਮਾਂ ਜਨਮਾਂ ਦੇ ਪਾਪਾਂ ਤੋਂ ਰਹਿਤ ਹੋ ਜਾਂਦਾ, ਮੁਕਤ ਹੋ ਜਾਂਦਾ ਹੈ। ਬਿਨ ਸਿਮਰਨ ਰਿਸ ਰਿਪ ਪਰ ਧਾਰ। ਪਰ ਹਾਂ, ਜਿਹੜਾ ਆਪਣੇ ਮਨ ਵਿੱਚ ਸਿਮਰਨ ਨਾ ਕਰਦਾ ਹੋਵੇ ਰੱਬ ਦਾ, ਪਰ ਦੁਸ਼ਮਣ ਤੇ ਕ੍ਰਿੱਝ ਕੇ ਗੁੱਸਾ ਧਾਰਨ ਕਰਕੇ ਮਾਰ ਮਾਰ ਮੁਖ ਕਰਤ ਉਚਾਰ। ਮੂੰਹ ਤੋਂ ਦੁਸ਼ਮਣ ਨੂੰ ਮਾਰ ਲੋ ਕਰਦਿਆਂ ਉਚਾਰਨ ਕਰਦਾ ਹੈ। ਬਿਨਾ ਤਰਾਸ ਤੇ ਤਨ ਤਜ ਦੇਤ। ਔਰ ਦੁਸ਼ਮਣ ਤੇ ਕ੍ਰਿੱਝਦਿਆਂ ਹੋਇਆਂ ਗੁੱਸੇ ਵਿੱਚ ਆ ਕੇ ਮਾਰ ਲੋ ਕਰਦਿਆਂ ਦੁਸ਼ਮਣ ਨੂੰ ਜੰਗ ਦੇ ਮੈਦਾਨ ਵਿੱਚ ਮਰ ਜਾਵੇ। ਹੱਥ ਹੱਥ ਸ਼ਸਤਰ ਪਰੇ ਰਣ ਖੇਤ। ਔਰ ਦੁਸ਼ਮਣ ਨੂੰ ਮਾਰ ਕੇ ਵੱਢ ਕੇ ਲੜਦਾ ਨਿਡਰਤਾ ਸਹਿਤ ਮਰ ਜਾਵੇ। ਜੋਗੀ ਸਮ ਭੇਦ ਰਵ ਮੰਡਲ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਸੂਰਮਾ, ਜਿਵੇਂ ਕੋਈ ਯੋਗੀ ਆਪਣੇ ਦਸਮ ਦੁਆਰ ਦੇ ਵਿੱਚੋਂ ਬ੍ਰਹਮਰੰਦਰ ਦੁਆਰਾ ਸਵਾਸ ਕੱਢ ਕੇ ਸਰੀਰ ਤਿਆਗ ਦਿੰਦਾ ਹੈ, ਪੁਨ ਪਹੁੰਚੇ ਜੈ ਬਸੇ ਅਖੰਡਲ। ਉਹ ਯੋਗੀ ਉਸ ਜਗ੍ਹਾ ਤੇ ਜਾ ਪਹੁੰਚਦਾ ਜਿੱਥੇ ਅਖੰਡਲ ਪ੍ਰਮਾਤਮਾ ਦਾ ਨਿਵਾਸ ਹੈ। ਗਨ ਬੇਰੰਗਨਾ ਸੇਵਤੇ ਆਏ। ਮਹਾਰਾਜ ਕਹਿੰਦੇ ਉਹ ਸੂਰਮਾ ਵੀ ਉੱਥੇ ਪਹੁੰਚ ਜਾਂਦਾ ਹੈ, ਔਰ ਅਨੇਕਾਂ ਵਿਰਾਂਗਣਾ
ਉਸ ਸੂਰਮੇ ਨੂੰ ਆ ਕੇ ਮਿਲਦੀਆਂ ਨੇ। ਹੁਣ ਹੂਰਾਂ ਸਰਣੋਤ ਬੀਜ ਨੂੰ ਘੱਤ ਘੇਰ ਖਲੋਈਆਂ, ਲਾੜਾ ਦੇਖੜ ਲਾੜੀਆਂ ਚੌ ਗਿਰਦਾ ਹੋਈਆਂ। ਉਹ ਬਿਰੰਗਣਾ ਆ ਕੇ ਫਿਰ ਉਹਨੂੰ ਘੇਰ ਲੈਂਦੀਆਂ ਹਨ। ਵਿਬਦ ਬਿਦਨ ਕੇ ਵਿਬਦ ਜਿਥਾਏ, ਵਿਵਿਧ ਪ੍ਰਕਾਰ ਦੀ ਬਚਿੱਤਰ ਕੁਦਰਤ ਪ੍ਰਮਾਤਮਾ ਦੀਆਂ, ਜੋ ਉਹਦੇ ਵਿੱਚ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਸੁੰਦਰ ਥਾਵਾਂ ਹਨ। ਜਾਮੀ ਕਰਕੇ ਸੁੰਦਰ ਬੀਚ, ਸੋਹਣੇ ਸੋਨੇ ਦੇ ਮਹੱਲਾਂ ਤੇ ਮੰਦਰਾਂ ਦੇ ਵਿੱਚ ਰਾਗ ਸੁਨਾਵੇਂ ਬਹੁ ਸੁਖ ਸੀਚ, ਉੱਥੇ ਉਹ ਸਾਰੇ ਸੁਖ ਪ੍ਰਾਪਤ ਕਰਦਾ ਉਹ ਸੂਰਮਾ। ਇਤਿਆਦਿਕ ਸੁਖ ਅਨੇਕ ਪ੍ਰਕਾਰ, ਇਤਿਆਦਿਕ ਅਨੇਕ ਪ੍ਰਕਾਰ ਦੇ ਸੁਖ ਭੋਗਦਾ ਹੈ। ਸੁਰਤਨ ਹੋਵੇ ਰਹਿ ਸੁਰਗ ਮਝਾਰ, ਦੇਵ ਰੂਪ ਹੋ ਕੇ ਉਹ ਸਵਰਗ ਦੇ ਵਿੱਚ ਸਵਰਗ ਦੇ ਸੁਖ ਮਾਣਦਾ ਹੈ। ਧਰਮ ਬੜੋ ਇਹ ਆਯੁਧ ਧਾਰੀ। ਮਹਾਰਾਜ ਜੀ ਨੇ ਦੋਵਾਂ ਦੀ ਗੱਲ ਦੱਸ ਦਿੱਤੀ। ਇੱਕ ਤਾਂ ਜਿਹੜੇ ਸਿਮਰਨ ਕਰਦੇ ਆ ਤਨ ਤਿਆਗ ਦੇਣ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਉਣ ਵਾਲੀ 6 ਜੂਨ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ। ਐਸੇ ਮਹਾਨ ਸ਼ਹੀਦ ਜਦੋਂ ਸਿਮਰਨ ਪਰਮੇਸ਼ਰ ਦੀ ਯਾਦ ਵਿੱਚ ਦੁਸ਼ਮਣ ਨਾਲ ਲੜਦੇ ਆ ਪ੍ਰਾਣ ਤਿਆਗ ਦੇਣ, ਉਹ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦੇ ਹਨ। ਪਰ ਦੂਜੇ ਪਾਸੇ ਸਿਮਰਨ ਤਾਂ ਨਹੀਂ ਕਰ ਰਹੇ, ਪਰ ਦੁਸ਼ਮਣ ਤੇ ਕ੍ਰਿਜ ਕੇ ਪੈ ਰਹੇ ਨੇ ਜੰਗ ਦੇ ਮੈਦਾਨ ਵਿੱਚ। ਮਾਰ ਬਕਾਰਾ ਕਰਦੇ ਆ, ਤਨ ਤਿਆਗ ਦੇਣ। ਮਹਾਰਾਜ ਜੀ ਕਹਿੰਦੇ ਉਹ ਦੇਵਪੁਰੀ ਵਿੱਚ ਜਾ ਕੇ ਸੁਖ ਪਾਉਂਦੇ ਨੇ। ਉੱਥੇ ਉਹ ਅਨੇਕ ਪ੍ਰਕਾਰ ਦੇ ਸੁਖ ਰਾਜ ਭੋਗਦੇ ਹਨ। ਮਹਾਰਾਜ ਜੀ ਕਹਿੰਦੇ ਸ਼ਸਤਰ ਧਾਰੀ ਹੋਣ ਦਾ ਇਹ ਵੱਡਾ ਮਹਾਤਮ ਹੈ। ਨੈ ਸ਼ਤੁਰਨ ਦਿਖਾਏ ਪਿਛਾਰੀ, ਸ਼ਸਤਰ ਧਾਰੀ ਸੂਰਮਾ ਉਹ ਹੈ ਜਿਹੜਾ ਜੰਗ ਦੇ ਮੈਦਾਨ ਵਿੱਚ ਆਪਣੇ ਦੁਸ਼ਮਣ ਨੂੰ ਆਪਣੀ ਪਿੱਠ ਨਾ ਵਿਖਾਵੇ। ਉਹ ਸੂਰਮਾ ਹੈ, ਸ਼ਸਤਰ ਧਾਰੀ ਸੂਰਮਾ, ਕਿ ਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਕਦੇ ਆਪਣੇ ਦੁਸ਼ਮਣ ਨੂੰ ਪਿੱਠ ਨਾ ਵਿਖਾਵੇ। ਦੋਨੋਂ ਲੋਕ ਸੂਰ ਭੁਜ ਤਰੇ। ਮਹਾਰਾਜ ਜੀ ਕਹਿੰਦੇ ਜਿਹੜਾ ਸ਼ਸਤਰ ਧਾਰੀ ਸੂਰਮਾ ਉਹਦੇ ਦੋਹਾਂ ਡੋਲਿਆਂ ਨਾਲ ਦੋਹਾਂ ਜਹਾਨਾਂ ਦਾ ਸੁਖ ਵੱਧਦਾ, ਇੱਕ ਨਾਲ ਲੋਕ ਦਾ ਤੇ ਦੂਜੇ ਨਾਲ ਪਰਲੋਕ ਦਾ। ਉਹਦੇ ਡੋਲਿਆਂ ਦੇ ਨਾਲ ਦੋਹਾਂ ਡੋਲਿਆਂ ਨਾਲ ਦੋਹਾਂ ਜਹਾਨਾਂ ਦਾ ਸੁਖ ਵੱਜਾ ਹੈ। ਜੀਤੇ ਪ੍ਰਿਥਵੀ ਰਾਜ ਸੋ ਕਰੇ, ਇਹ ਲੜਦਿਆਂ ਜੰਗ ਦੇ ਮੈਦਾਨ 'ਚੋਂ ਦੁਸ਼ਮਣ ਨੂੰ ਜਿੱਤ ਲਵੇ ਤੇ ਜਿੱਤ ਕੇ ਇਸ ਧਰਤੀ ਦਾ ਰਾਜ ਕਰਦਾ ਹੈ। ਮਰੇ ਸੁਰਗ ਕੇ ਸੁਖ ਕੋ ਪਾਵੇ, ਔਰ ਜੇ ਮਰ ਜਾਵੇ ਤੇ ਫਿਰ ਅੱਗੇ ਪਰਲੋਕ ਦਾ ਸੁਖ, ਪਰਲੋਕ ਦਾ ਰਾਜ ਉਹਨੂੰ ਪ੍ਰਾਪਤ ਹੁੰਦਾ ਹੈ। ਜਾਮੀ ਕਰਕੇ ਸਦਨ ਬਸਾਵੇ, ਸੋਹਣਿਆਂ ਮਹੱਲਾਂ ਵਿੱਚ ਉਹਦਾ ਨਿਵਾਸ ਹੁੰਦਾ ਹੈ। ਰੁਚਿਰ ਪ੍ਰਿਅੰਕਨ ਸੇਜ ਸੁਖਾਲੇ, ਸੋਹਣਿਆਂ ਪਲੰਘਿਆਂ ਦੇ ਉੱਤੇ, ਸੋਹਣੀਆਂ ਸਜਾਵਾਂ ਦੇ ਉੱਤੇ ਉਹਨੂੰ ਬਿਰਾਜਣ ਦਾ ਅਵਸਰ ਪ੍ਰਦਾਨ ਪ੍ਰਾਪਤ ਹੁੰਦਾ ਹੈ। ਭੋਗੇ ਭੋਗ ਆਨੰਦ ਵਿਸਾਲੇ, ਉਹ ਅਨੇਕਾਂ ਪ੍ਰਕਾਰ ਦੇ ਸੁਖ ਭੋਗਾਂ ਨੂੰ ਭੋਗਦਾ ਹੈ। ਇਮ ਜਾਨੋ ਜੋ ਦਾਗਤ ਭਲੇ, ਸਮੁਖ ਲਏ ਤੇ ਸ਼ੁਭ ਪਦ ਮਿਲੇ। ਮਹਾਰਾਜ ਜੀ ਕਹਿੰਦੇ ਇਹ ਹੈ ਯੋਧਿਆਂ ਨੂੰ ਪ੍ਰਾਪਤ ਹੋਣ ਵਾਲੀ ਪਦਵੀ। ਭਾਈ ਕਾਲੋ ਜੀ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਮੇਰੇ ਪਾਤਸ਼ਾਹ ਜੀ ਨੇ ਹਰ ਇੱਕ ਵਿਅਕਤੀ ਦਾ ਧਰਮ ਦੱਸਿਆ। ਸੂਰਮੇ ਦਾ ਧਰਮ ਕੀ ਹੈ ਉਹ ਮਹਾਰਾਜ ਜੀ ਨੇ ਅੱਜ ਦੀ ਇਸ ਬਚਨਾਂ ਵਿੱਚ ਦੱਸਿਆ ਕਿ ਸੂਰਮੇ ਦਾ ਧਰਮ ਆ ਹੈ ਕਿ ਉਹ ਸੂਰਮਤਾਈ ਦੇ ਨਾਲ ਰਣ ਭੂਮੀ ਦੇ ਵਿੱਚ ਇਸ ਪ੍ਰਕਾਰ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕਰ ਲਵੇ ਜਾਂ ਦੁਸ਼ਮਣ ਨੂੰ ਜਿੱਤ ਲਵੇ। ਪਿੱਠ ਨਾ ਵਿਖਾਵੇ ਰਣ ਭੂਮੀ 'ਚ ਜੰਗ ਦੇ ਮੈਦਾਨ ਵਿੱਚ। ਉਹ ਸੂਰਮਾ ਹੈ, ਉਹ ਬਹਾਦਰ ਹੈ, ਉਹ ਯੋਧਾ ਹੈ। ਇਹ ਯੋਧਿਆਂ ਨੂੰ ਗਤ ਭਲੀ ਪ੍ਰਾਪਤ ਹੁੰਦੀ ਹੈ। ਦੋਹਰਾ ਸੇਠਾ ਉਗਵੰਦਾ ਦੋ, ਅਪਰ ਸਪਾਗਾ ਤੀਨ। ਇੱਕ ਹਨ ਭਾਈ ਸੇਠਾ ਜੀ, ਦੂਜੇ ਨੇ ਭਾਈ ਉਗਵੰਦਾ ਜੀ। ਇਹ ਦੋਵੇਂ ਸਿੱਖ ਜੋ ਬੜੇ ਭਾਗਸ਼ਾਲੀ ਨੇ, ਹੋਣ ਨਾ ਕਿਉਂ? ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰ ਰਹੇ ਨੇ, ਆਪੇ ਹੀ ਭਾਗਸ਼ਾਲੀ ਨੇ। ਤੋ ਇਹ ਬੜੇ ਸੁਭਾਗੇ ਭਾਗਾਂ ਵਾਲੇ ਹਨ। ਚੂਣੀਏ ਪੁਰ ਮੈਂ ਬਸੇ, ਜਾਤ ਅਰੋੜੇ ਚੀਨ।
ਭਾਈ ਸੇਠਾ, ਭਾਈ ਉਗਵੰਦਾ ਤੇ ਭਾਈ ਸੁਭਾਗਾ, ਇਹ ਤਿੰਨ ਸਿੱਖ ਨੇ। ਇਹ ਚੂਣੀਏ ਪਿੰਡ ਦੇ ਰਹਿਣ ਵਾਲੇ ਨੇ। ਜਾਤੀ ਕਰਕੇ ਅਰੋੜੇ ਖੱਤਰੀ ਹਨ। ਜੋ ਭਾਈ ਸਿੱਖਨ ਕੀ ਸੇਵਾ ਨਿਤ ਕਰੇ। ਔਰ ਬੜੇ ਸੇਵਾਦਾਰ ਸਿੱਖ ਨੇ। ਗੁਰਸਿੱਖਾਂ ਦੀ ਸੇਵਾ, ਹਰ ਵੇਲੇ ਸਿੱਖਾਂ ਦੀ ਸੇਵਾ ਵਿੱਚ ਤਤਪਰ ਰਹਿੰਦੇ ਹਨ। ਨਿਸਮੈ ਜਾਗ ਗੁਰੂ ਔਰ ਧਰੇ। ਪਿਛਲੇ ਪਹਿਰ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਕੇ ਗੁਰਬਾਣੀ ਪੜ੍ਹਦੇ ਹਨ। ਸ਼ੁੱਧਤ ਸਿੱਖ ਕੋ ਦੇਤ ਆਹਾਰਾ। ਔਰ ਜੇ ਕੋਈ ਭੁੱਖਾ ਸਿੱਖ ਮਿਲ ਜੇ ਉਹਨੂੰ ਭੋਜਨ ਛਕਾਉਣ ਦੀ ਸੇਵਾ ਕਰਦੇ ਨੇ। ਹੀਰ ਨਗਨ ਕੋ ਵਸਤਰ ਉਧਾਰਾ। ਕੋਈ ਨਗਨ ਮਿਲ ਜੇ ਉਹਨੂੰ ਤਨ ਕੱਜਣ ਵਾਸਤੇ ਕੱਪੜਾ ਦੇਣਾ, ਵਸਤਰ ਦਿੰਦੇ ਹਨ। ਸ਼੍ਰੀ ਅਰਜਨ ਕੋ ਬੰਧਨ ਠਾਨੀ। ਇਹਨਾਂ ਤਿੰਨਾਂ ਸਿੱਖਾਂ ਨੇ ਆਣ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਬੰਦਨਾ ਕੀਤੀ, ਮੱਥਾ ਟੇਕਿਆ। ਹੱਥ ਜੋੜ ਅਰਦਾਸ ਬਖਾਨੀ। ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਹਨਾਂ ਨੇ ਅਰਦਾਸ ਕੀਤੀ ਹੈ, ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਹੈ। ਭੋਜਨ ਇਹਾਂ ਦੇਤ ਕਰ ਮਾਈ। ਕਹਿਣ ਲੱਗੇ ਸਤਿਗੁਰੂ ਜੀ, ਅਸੀਂ ਆਪਣੇ ਘਰ ਦੇ ਵਿੱਚ ਭੋਜਨ ਛਕਾਉਂਦੇ ਹਾਂ। ਪਿਤਰਨ ਕੋ ਪਹੁੰਚਤ ਕੈ ਨਾਈ। ਮਹਾਰਾਜ, ਜਦੋਂ ਅਸੀਂ ਗੁਰਸਿੱਖਾਂ ਨੂੰ ਭੋਜਨ ਛਕਾਉਂਦੇ ਉਹ ਸਾਡੇ ਪਿਤਰਾਂ ਨੂੰ ਪਹੁੰਚਦਾ ਹੋਵੇਗਾ। ਕਿਉਂਕਿ ਜਿਹੜੇ ਹਿੰਦੂ ਲੋਕ ਨੇ ਉਹ ਤਾਂ ਬ੍ਰਾਹਮਣਾਂ ਨੂੰ ਘਰ 'ਚ ਬੁਲਾ ਕੇ ਸਰਾਧਾਂ ਦੇ ਦਿਨਾਂ 'ਚ ਭੋਜਨ ਛਕਾਉਂਦੇ ਤੇ ਛਕਾ ਕੇ ਕਹਿੰਦੇ ਜੀ ਉਹ ਭੋਜਨ ਬ੍ਰਾਹਮਣਾਂ ਦੇ ਵਿੱਚ ਪਿੱਤਰ ਆ ਕੇ ਵਸ ਜਾਂਦੇ ਨੇ ਤੇ ਫਿਰ ਉਹ ਭੋਜਨ ਉਹਨਾਂ ਪਿੱਤਰਾਂ ਨੂੰ ਮਿਲ ਜਾਂਦਾ। ਖਾਂਦਾ ਬ੍ਰਾਹਮਣ ਹੈ, ਮਿਲਦਾ ਪਿੱਤਰਾਂ ਨੂੰ ਹੈ। ਤੇ ਮਹਾਰਾਜ ਜੀ, ਸਾਡੇ ਵੀ ਤਾਂ ਪਿੱਤਰ ਹੋਣਗੇ ਵੱਡੇ ਵਡੇਰੇ। ਅਸੀਂ ਤਾਂ ਬ੍ਰਾਹਮਣਾਂ ਨੂੰ ਨਹੀਂ ਛਕਾਉਂਦੇ, ਅਸੀਂ ਸਿੱਖਾਂ ਨੂੰ ਛਕਾਉਂਦੇ ਹਾਂ। ਤੇ ਮਹਾਰਾਜ, ਸਾਡੇ ਪਿੱਤਰਾਂ ਨੂੰ ਪਹੁੰਚਦਾ ਹੋਵੇਗਾ? ਸਵਾਲ ਹੀ ਉੱਠਿਆ ਸਿੱਖਾਂ ਦੇ ਮਨਾਂ ਵਿੱਚ। ਪਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬੜੇ ਕਮਾਲ ਦਾ ਜਵਾਬ ਇਹਨਾਂ ਸਿੱਖਾਂ ਨੂੰ ਦਿੱਤਾ ਹੈ। ਗੁਰਮਤਿ ਦਾ ਸਿਧਾਂਤ ਤਾਂ ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਿਰਾਧ ਕਰਾਈ। ਜਿਉਂਦਿਆਂ ਦਾ, ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ, ਵੱਡਿਆਂ ਵਡੇਰਿਆਂ ਦਾ, ਮਾਂ-ਬਾਪ ਦਾ, ਉਹਨਾਂ ਦਾ ਅਦਬ ਰੱਖਣਾ ਗੁਰਮਤਿ ਸਿਖਾਉਂਦੀ ਹੈ। ਗੁਰਮਤਿ ਨਹੀਂ ਕਿ ਜਿਉਂਦਾ ਪਾਣੀ ਵਾਸਤੇ ਤਰਸਦਾ ਰਹੇ ਤੇ ਉਹਦੇ ਮਰਨ ਤੋਂ ਬਾਅਦ ਬ੍ਰਾਹਮਣਾਂ ਨੂੰ ਖੀਰ ਬਣਾ ਕੇ ਛਕਾਉਂਦਾ ਫਿਰੇ। ਕਿਹੜੇ ਕੰਮ ਦੇ? ਜਿਉਂਦਾ ਪਾਣੀ ਨੂੰ ਤਰਸਦਾ ਰਹੇ। ਜੇ ਕਿਤੇ ਕਹਿ ਦੇਵੇ ਘਰ ਵਿੱਚ ਪਰਿਵਾਰ ਨੂੰ, ਬੱਚਿਆਂ ਨੂੰ ਵੀ ਮੇਰੇ ਮੂੰਹ 'ਚ ਦੰਦ ਨਹੀਂ, ਕੋਈ ਗਰਮ ਗਰਮ ਜੀ ਰੋਟੀ ਲਾ ਦਿਓ, ਤੇ ਅੱਗੋਂ ਉਹਨੂੰ ਜਵਾਬ ਮਿਲੇ ਹੁਣ ਲਾਉਣੀ ਆ ਤੇਰੇ ਵਾਸਤੇ ਪੂੜੇ, ਜੋ ਹੈ ਖਾ ਲੈ, ਤੇ ਮਰ ਜਾਏ। ਤੇ ਮਰਨ ਤੋਂ ਬਾਅਦ ਫਿਰ ਆਖੋ ਜੀ ਹੁਣ ਕਿਸੇ ਨੂੰ ਸੱਦ ਕੇ ਭੋਜਨ ਛਕਾਓ, ਸਾਡੇ ਬਜ਼ੁਰਗ ਨੂੰ ਮਿਲ ਜਾਏ। ਇਸ ਗੱਲ ਨੂੰ ਗੁਰਮਤਿ ਨਹੀਂ ਮੰਨਦੀ। ਗੁਰਮਤਿ ਕਹਿੰਦੀ ਆਪਣੇ ਬਜ਼ੁਰਗਾਂ ਦਾ, ਵੱਡਿਆਂ ਦਾ ਸਤਿਕਾਰ ਜਿਉਂਦਿਆਂ ਜੀ ਕਰੋ। ਜੋ ਉਹਨਾਂ ਦਾ ਸਤਿਕਾਰ ਹੈ ਉਹ ਸਤਿਕਾਰ ਉਹਨਾਂ ਨੂੰ ਦੇਵੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਸੋਹਣੇ ਬਚਨ ਕਹੇ ਨੇ ਕਿ ਮਾਂ-ਬਾਪ ਦੀ ਸੇਵਾ ਛੱਡ ਕੇ ਕੋਈ ਦੇਵੀ ਦੇਵਤਿਆਂ ਨੂੰ ਰਜਾਉਂਦਾ ਫਿਰੇ, ਉਹ ਕਦੇ ਪ੍ਰਸੰਨ ਨਹੀਂ ਹੋਣਗੇ। ਪੰਜਵੇਂ ਪਾਤਸ਼ਾਹ ਬਚਨ ਕਰ ਰਹੇ ਨੇ, ਉਹ ਕਥਾ ਵਿਸਥਾਰ ਵਾਲੀ ਹੈ। ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਡਿਠੇ ਸਭੇ ਥਾਮ, ਡਿਠੇ ਸਭੇ ਥਾਮ, ਡਿਠੇ ਸਭੇ ਥਾਮ, ਡਿਠੇ ਸਭੇ ਥਾਮ। ਨਹੀਂ ਤੁਧ ਜੇਹਿਆ, ਨਹੀਂ ਤੁਧ ਜੇਹਿਆ, ਨਹੀਂ ਤੁਧ ਜੇਆ, ਨਹੀਂ ਤੁਧ ਜੇਆ, ਨਹੀਂ ਤੁਧ ਜੇਹਿਆ, ਨਹੀਂ ਤੁਧ ਜੇਹਿਆ, ਨਹੀਂ ਤੁਧ ਜੇਆ, ਨਹੀਂ ਤੁਧ ਜੇਆ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ